सिमरिया तेग बहादुर सिमरिया वाहिगुरु जी। बड़े बड़े वड्डा भार तेरा मर्तबा, रंग रंग अनेक जप करतबा, जियां अंदर जिए सब कुछ जान ला, सब कुछ तेरे वास तेरा कर भला, तेरे कार्य नंद बधाई तो कर, मान माता तेरे अपना आप जर, सर्व कला भरपूर दीती सचत कथा, नानक दास दास तुझ आगे बिन बता बिन बता बिन बता। पौड़ी बड़ी हूँ वड्डा अपार तेरा मर्तबा, रंग प्रंग अनेक न जापन करतबा, जिया अंदर जियो सबके जान ला, सब किस तेरे वस तेरा कर भला, तेरे घर आनंद वधाए तुद घर, मान महता तेज अपना आप जर, सर्ब कला भरपूर दिसे जत कथा, नानक दासन दास तुद आगे बिन बता। श्लोक। पवन गुरु पानी पिता, माता तरत महत, दिवस रात दे दाए दा, खेल सगल जगत चंगियाइयां बुराइयां, वचै धर्म दूर, कर्मी आपो अपनी, के निर्णय के जिन्हें नाम ते आया, गए मशक्कत काल, नानक ते मुख उजले, केते छुट्टी नाल, नानक ते मुख उजले, केते छुट्टी नाल। वाहिगुरु जी का खालसा, वाहिगुरु जी की फतेह। श्री वाहिगुरु। गुरु नानक पाद बंदन पाद समरो अंगद गुर अमर दास हृदय हृदय नित श्री गुरु रामदास
ਰਾਮਦਾਸ ਗੁਰੂ ਅਰਜਨ ਬਿਘਨਨ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਿਕਤਾ ਕਨ ਤੇ ਮੇਰ ਕੀਏ। ਮੇਰੋਂ ਤੇ ਕਨ ਕੀਨ। ਸ਼੍ਰੀ ਗੋਬਿੰਦ ਸਿੰਘ ਨਮੈ ਮਮ ਕੇਵਲ ਦਾਨੀ ਦੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। जगत गुरु हाजरा हजूर जाहरा जहूर सर्ब कला भरपूर। कलयुग के जहाज धन धन श्री गुरु ग्रंथ साहिब सच्चे पातशाह जी महाराज जी दे पवित्र पावन हजूरी अंदर ਸਾਹਿਬ ਨੌਵੇਂ ਗੁਰਦੇਵ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਾਕਾਰ ਕਰ ਰਹੇ ਹੋ। ਗੁਰੂ ਘਰ ਦੇ ਮਹਾਨ ਸੇਵਕ ਮਿਸਲ ਸ਼ਹੀਦਾਂ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੋ ਮਿਸਲ ਸ਼ਹੀਦਾਂ ਦੇ ਜਿੱਥੇ ਜਥੇਦਾਰ ਸਨ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਾਅਦ ਦਮਦਮੀ ਟਕਸਾਲ ਦੇ ਵੀ ਦੂਸਰੇ ਜਥੇਦਾਰ ਸਨ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਅੱਜ ਦੇ ਦਿਨ ਅਬਦਾਲੀ ਦੀਆਂ ਫੌਜਾਂ ਨਾਲ ਟਾਕਰਾ ਕਰਦਿਆਂ
ਬੜੀ ਦਲੇਰੀ ਨਾਲ, ਬਹਾਦਰੀ ਨਾਲ ਕੇਵਲ 30 ਸਿੰਘਾਂ ਦਾ ਜਥਾ ਨਾਲ ਲੈ ਕੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਅਬਦਾਲੀ ਦੀ 30,000 ਫੌਜ ਦੇ ਦੰਦ ਖੱਟੇ ਕੀਤੇ ਤੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀ ਦਾ ਸ਼ਹੀਦੀ ਅਸਥਾਨ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ੋਭਦੀਕ ਹੈ, ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਤੇ ਤਿੰਨਾਂ ਦੇ ਨਾਲ ਦੇ ਸਮੂਹ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਐਸੇ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਗੁਰੂ ਚਰਨਾਂ 'ਚ ਰਜੋਈ ਹੈ ਐਸੇ ਮਹਾਂਪੁਰਸ਼ਾਂ ਦੇ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਤਿਗੁਰੂ ਜੀ ਸਾਨੂੰ ਬਲ ਬੁੱਧੀ ਪ੍ਰੇਰਨਾ ਪ੍ਰਦਾਨ ਕਰਨ। ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਿਆਹ ਦੀ ਕਥਾ ਦਾ ਪ੍ਰਸੰਗ ਸੰਪੂਰਨ ਹੋਇਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਵਾਪਸ ਆਈ ਹੈ। ਸਤਿਕਾਰਯੋਗ ਮਾਤਾ ਸੁਲੱਖਣੀ ਜੀ ਡੋਲੇ 'ਚ ਸਵਾਰ ਹਨ। ਬੜੀ ਖੁਸ਼ੀ, ਬੜਾ ਚਾਅ ਸਾਰੀ ਸੰਗਤ ਦੇ ਵਿੱਚ ਹੈ। ਬਟਾਲੇ ਤੋਂ ਚੱਲ ਕੇ ਸ੍ਰੀ ਸੁਲਤਾਨਪੁਰ ਸਾਹਿਬ ਪਹੁੰਚੇ ਨੇ। ਅੱਗੋਂ ਬੇਬੇ ਨਾਨਕੀ ਨੇ ਜਿਵੇਂ ਆਓ ਭਗਤ ਕੀਤੀ ਹੈ, ਰੀਝਾਂ ਕੀਤੀਆਂ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦਿਆਂ 'ਚ ਵਸਾਉਂਦਿਆਂ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿਕਤਾ ਕਨ ਤੇ ਮੇਰ ਕੀਏ, ਮੇਰੋਂ ਤੇ ਕਨ ਕੀਨ। ਕਹਿੰਦੇ ਕਲਗੀਧਰ ਜੀ ਦਾ ਮੰਗਲ ਕਰ ਰਹੇ ਨੇ ਮਾਂ ਕਵੀ ਜੀ ਕਿ ਸਿਕਤਾ ਕਿ ਰੇਤ ਦੇ ਕਿਣਕਿਆਂ ਨੂੰ ਪਰਬਤ ਬਣਾ ਦਿੱਤਾ ਗੁਰੂ ਕਲਗੀਧਰ ਨੇ। ਰੇਤ ਦੇ ਕਿਣਕਿਆਂ ਨੂੰ ਪਹਾੜ ਜਿੱਡਾ ਉੱਚਾ ਕਰ ਦਿੱਤਾ। ਇਹ ਸਤਿਗੁਰਾਂ ਦਾ ਸੁਭਾਅ ਹੈ। ਮੇਰ ਕਰੋ ਤ੍ਰਿੜ ਤੇ ਮੋਹਿ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸੋ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਰੇਤ ਦੇ ਕਿਣਕੇ ਵਾਂਗੂ ਨੀਵੇਂ ਕਹੇ ਜਾਂਦੇ ਸਨ, ਉਹਨਾਂ ਨੂੰ ਸਮੇਰ ਵਾਂਗੂ ਉੱਚਾ ਕਰ ਦਿੱਤਾ ਹੈ। ਸਿਕਤਾ ਕੰਨ ਤੇ ਮੇਰ ਕੀਏ, ਮੇਰੋਂ ਤੇ ਕੰਨ ਕੀਨ। ਜਿਹੜੇ ਮੇਰ ਵਾਂਗੂ ਸਮੇਰ ਵਾਂਗੂ ਵੱਡੇ ਕਹਾਉਂਦੇ ਸੀ ਅਸੀਂ ਰਾਜੇ ਹਾਂ, ਬਾਦਸ਼ਾਹ ਹਾਂ, ਉਹਨਾਂ ਨੂੰ ਮਹਾਰਾਜ ਜੀ ਨੇ ਕਿਣਕਿਆਂ ਵਾਂਗੂ ਨੀਵੇਂ ਕਰ ਦਿੱਤਾ। ਯਾਨੀ ਕਿ ਨੀਚਾਂ ਨੂੰ ਊਚ ਤੇ ਜਿਹੜੇ ਉੱਚੀਆਂ ਪਦਵੀਆਂ ਤੇ ਪਹੁੰਚੇ ਹੰਕਾਰੇ ਹੋਏ ਰੰਗੇ ਵਰਗੇ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਨੀਚ ਕਰ ਦਿੱਤਾ, ਨੀਵਾਂ ਕਰ ਦਿੱਤਾ। ਸ਼੍ਰੀ ਗੋਬਿੰਦ ਸਿੰਘ ਨਾਮੇ ਮਮ ਕੇਵਲ ਦਾਨੀ ਦੀਨ। ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਕਿਣਕਿਆਂ ਵਾਂਗੂ ਲੋਕ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਸਿਰਾਂ ਤੇ ਪੱਗਾਂ ਨਹੀਂ ਬੰਨ੍ਹ ਸਕਦੇ, ਇਹ ਗਾਤਰੇ ਸ਼੍ਰੀ ਸਾਹਿਬਾਂ ਨਹੀਂ ਪਾ ਸਕਦੇ, ਇਹ ਘੋੜਿਆਂ ਤੇ ਸਵਾਰ ਨਹੀਂ ਹੋ ਸਕਦੇ, ਇਹ ਨੀਵੇਂ ਵਰਨਾਂ ਦੇ ਲੋਕ ਨੇ, ਇਹ ਕਿਸੇ ਦੇ ਬਰਾਬਰ ਬਹਿ ਕੇ ਰੋਟੀ ਨਹੀਂ ਖਾ ਸਕਦੇ। ਉਹਨਾਂ ਕਿਣਕਿਆਂ ਵਾਂਗੂ ਨੀਵੇਂ ਸਦਾਉਣ ਵਾਲੇ ਲੋਕਾਂ ਤੇ ਕਲਗੀਧਰ ਪਾਤਸ਼ਾਹ ਨੇ ਆਪਣੀ ਦਇਆ ਦ੍ਰਿਸ਼ਟੀ ਕੀਤੀ ਤੇ ਆਖਿਆ ਇਨ ਗਰੀਬ ਸਿੱਖਨ ਕੋ ਦਹਿਓ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਸਮੇਰ ਵਾਂਗੂ ਉੱਚਿਆਂ ਕਰ ਦਿੱਤਾ, ਬਾਦਸ਼ਾਹ ਬਣਾ ਦਿੱਤਾ। ਤੇ ਜਿਹੜੇ ਬਾਦਸ਼ਾਹ ਕਹਾਉਂਦੇ ਸੀ ਉਹਨਾਂ ਨੂੰ ਆਪਣੇ ਐਸੇ ਸਿੱਖਾਂ ਦੇ ਸਨਮੁਖ ਜਾਚਕ ਬਣਾ ਕੇ ਹੱਥ ਜੋੜ ਕੇ ਖੜਿਆਂ ਕਰ ਦਿੱਤਾ। ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਜੋ ਦੀਨਾਂ ਨੂੰ, ਗਰੀਬਾਂ ਨੂੰ, ਨਿਮਾਣਿਆਂ ਨੂੰ ਦਾਨ ਦੇ ਕੇ ਨਿਵਾਜਣ ਵਾਲੇ ਹਨ। ਸ਼੍ਰੀ ਬਾਲਾ ਸੰਧੂਆਚ ਭਾਈ ਸਾਹਿਬ ਭਾਈ ਬਾਲਾ ਜੀ ਇਹ ਜਨਮ ਸਾਖੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਨੇ। ਚੌਪਈ
ਨਿਕਟ ਨਗਰ ਕੇ ਗਈ ਬਰਾਤਾ। ਜਦੋਂ ਬਰਾਤ ਬਟਾਲੇ ਤੋਂ ਚੱਲ ਕੇ ਵਾਪਸ ਸੁਲਤਾਨਪੁਰ ਸਾਹਿਬ ਆਈ, ਸੁਲਤਾਨਪੁਰ ਸਾਹਿਬ ਦੇ ਨੇੜੇ ਜਦੋਂ ਬਰਾਤ ਪਹੁੰਚੀ, ਜਾਂ ਕੀ ਸ਼ੋਭਾ ਭਾਂਤਨ ਭਾਂਤਾ। ਕਹਿੰਦੇ ਬਰਾਤ ਦੀ ਸੋਭਾ ਭਾਂਤ ਭਾਂਤ ਦੀ ਹੈ, ਰੰਗ ਰੰਗ ਦੀ ਹੈ। ਕੀ ਸੋਭਾ ਵਰਣਨ ਕਰੀਏ, ਕੈਸੀ ਸੁੰਦਰ ਬਰਾਤ ਹੈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ। ਬਾਜੇ ਤੁਰਈ ਪਟੇ ਨਿਸ਼ਾਨਾ। ਅਨੇਕ ਪ੍ਰਕਾਰ ਦੇ ਸਾਜ਼ ਵੱਜ ਰਹੇ ਨੇ, ਤੁਰੀਆਂ ਵੱਜ ਰਹੀਆਂ ਨੇ, ਨਿਸ਼ਾਨ ਵੱਜ ਰਹੇ ਹਨ, ਹੋਰ ਅਨੇਕ ਪ੍ਰਕਾਰ ਦੇ ਸਾਜ਼ ਵੱਜ ਰਹੇ ਹਨ। ਪੁਰ ਕੇ ਨਰਨ ਸੁਨੀ ਧੁਨ ਕਾਨਾ। ਜਦੋਂ ਸੁਲਤਾਨਪੁਰ ਸਾਹਿਬ ਦੇ ਬਸ਼ਿੰਦਿਆਂ ਨੇ ਸਾਜ਼ਾਂ ਦੀ ਆਵਾਜ਼ ਸੁਣੀ, ਨਗਾਰਿਆਂ ਦੀ, ਤੁਰਰੀਆਂ ਦੀ, ਸ਼ਹਿਨਾਈਆਂ ਤੇ ਕਰਨਾਈਆਂ ਦੀ ਆਵਾਜ਼ ਸੁਣੀ, ਪਾਵਸ ਵਿਖੇ ਉਠੇ ਕੰਨ ਘੋਰਾ। ਕਹਿੰਦੇ ਇੱਕਦਮ ਉਹ ਚਾਹ ਦੇ ਨਾਲ ਵੇਖਣ ਵਾਸਤੇ ਆਉਣ ਲੱਗੇ, ਜਿਵੇਂ ਪਾਵਸ ਰੁੱਤੀ ਵਿੱਚ, ਯਾਨੀ ਕਿ ਮੀਂਹ ਦੀ ਰੁੱਤ ਦੇ ਵਿੱਚ ਆਕਾਸ਼ ਦੇ ਵਿੱਚ ਜਿਵੇਂ ਬੱਦਲਾਂ ਦੀ ਗੜਗੜਾਹਟ ਸੁਣਾਈ ਦਿੰਦੀ ਹੈ। ਹੋਏ ਪਰਮੋਦ ਜਿਉ ਮੋਰ ਨਥੋਰਾ। ਆਕਾਸ਼ ਵਿੱਚ ਗਰਜਦੇ ਹੋਏ ਬੱਦਲਾਂ ਦੀ ਆਵਾਜ਼ ਨੂੰ ਸੁਣ ਕੇ ਜਿਵੇਂ ਮੋਰ ਪੈਲਾਂ ਪਾਉਂਦੇ ਐ, ਮੋਰ ਪ੍ਰਸੰਨ ਹੁੰਦੇ ਐ, ਏਦਾਂ ਸੁਲਤਾਨਪੁਰ ਸਾਹਿਬ ਦੇ ਬਸ਼ਿੰਦੇ ਪ੍ਰਸੰਨ ਹੋਏ ਜਦੋਂ ਉਹਨਾਂ ਨੇ ਸਾਜ਼ਾਂ ਦੀ, ਢੋਲਾਂ ਤੇ ਨਫੀਰੀਆਂ ਦੀ ਆਵਾਜ਼ ਸੁਣੀ। ਤਿਉ ਪੁਰ ਮਨੁਜ ਰਹੇ ਹਰ ਖਾਈ। ਸੁਲਤਾਨਪੁਰ ਸਾਹਿਬ ਦੇ ਸਾਰੇ ਬਸ਼ਿੰਦੇ ਬੜੇ ਖੁਸ਼ ਨੇ, ਬੜੇ ਪ੍ਰਸੰਨ ਹਨ। ਸਦਨ ਨਾਨਕੀ ਭਨਤ ਬਧਾਈ। ਮਾਤਾ ਨਾਨਕੀ ਜੀ ਦੇ ਘਰ ਆ ਕੇ ਇਸਤਰੀਆਂ ਅਨੇਕ ਪ੍ਰਕਾਰ ਦੇ ਢੰਗ ਦੇ ਸੋਹਣੇ ਵਸਤਰ ਧਾਰਨ ਕਰਕੇ ਮਾਤਾ ਬੇਬੇ ਨਾਨਕੀ ਜੀ ਨੂੰ ਵਧਾਈਆਂ ਦਿੰਦੇ ਹਨ। ਤੂਰਨ ਬਹਿਰ ਨਗਰ ਤੇ ਆਏ। ਬਹੁਤ ਸਾਰੇ ਨਗਰ ਨਿਵਾਸੀ ਬਰਾਤ ਦਾ ਸਵਾਗਤ ਕਰਨ ਲਈ, ਬਰਾਤ ਤੱਕਣ ਲਈ, ਵੇਖਣ ਲਈ ਕਿ ਗੁਰੂ ਨਾਨਕ ਸਾਹਿਬ ਲਾੜੇ ਦੇ ਰੂਪ 'ਚ ਸਜੇ ਹੋਏ ਨੇ। ਬਹੁਤ ਸਾਰੇ ਨਗਰ ਨਿਵਾਸੀ ਨਗਰ ਤੋਂ ਬਾਹਰ ਚੱਲ ਕੇ ਆਏ ਹਨ। ਹਿਤ ਬਿਲੋਕ ਨੇ ਮਨ ਸੁਖ ਪਾਏ। ਆ ਕੇ ਵੇਖਦੇ ਨੇ ਬੜੇ ਹਿੱਤ ਨਾਲ, ਔਰ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ। ਕਰ ਸ਼ਿੰਗਾਰ ਕੋ ਨਾਗਰ ਨਾਰੀ। ਅਨੇਕਾਂ ਸਿਆਣੀਆਂ ਇਸਤਰੀਆਂ ਨਗਰ ਦੀਆਂ, ਸੁਲਤਾਨਪੁਰ ਸਾਹਿਬ ਦੀਆਂ ਅਨੇਕ ਪ੍ਰਕਾਰ ਦੇ ਸ਼ਿੰਗਾਰ ਕਰਕੇ ਆਈਆਂ ਹਨ। ਭੂਖਨ ਬਸਨ ਰੁਚਰ ਛਬ ਤਾਰੀ। ਜਿਨ੍ਹਾਂ ਨੇ ਸੋਹਣੇ ਆਭੂਸ਼ਣ, ਸੋਹਣੇ ਬਸਤਰ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਨੇ। ਬਾਂਦ ਬਾਂਦ ਬੀਥਨ ਮੈਂ ਟੋਲੀ। ਗਲੀਆਂ ਦੇ ਵਿੱਚ ਟੋਲੀਆਂ ਬੰਨ ਬੰਨ ਕੇ ਇਹ ਇਸਤਰੀਆਂ ਇਕੱਠੀਆਂ ਹੋ ਕੇ ਖੜੀਆਂ ਹਨ। ਆਏ ਨਿਕੇਤ ਵਧਾਈ ਬੋਲੀ। ਔਰ ਬੇਬੇ ਨਾਨਕੀ ਦੇ ਘਰ ਆ ਕੇ ਵਧਾਈ ਦਿੰਦੀਆਂ ਹਨ। ਬਦੂ ਬਿਲੋਕਨ ਕੀ ਅਬਿਲਾਖਾ। ਇਹ ਜਿੰਨੀਆਂ ਇਸਤਰੀਆਂ ਨੇ ਸਭ ਦੇ ਮਨ ਵਿੱਚ ਨਵੀਂ ਆਈ ਬਹੂ ਦੇ ਦਰਸ਼ਨ ਕਰਨ ਦੀ ਅਭਿਲਾਖਾ ਹੈ। ਇਹ ਸਾਰੀਆਂ ਇਸਤਰੀਆਂ ਵੇਖਣਾ ਚਾਹੁੰਦੀਆਂ ਨੇ ਕਿ ਨਾਨਕ ਮੋਦੀ ਦੀ ਜਿਹੜੀ ਬਹੂ ਰਾਣੀ ਆ ਉਹਦੇ ਦਰਸ਼ਨ ਕਰਨੇ ਹਨ। ਨਿਕਟ ਨਾਨਕੀ ਕੈ ਸ਼ੁਭ ਭਾਖਾ। ਬੇਬੇ ਨਾਨਕੀ ਕੋਲ ਆ ਕੇ ਸਾਰੀਆਂ ਇਸਤਰੀਆਂ ਬੜੇ ਪਿਆਰ ਨਾਲ ਕਹਿੰਦੀਆਂ ਹਨ, ਨਗਰ ਪਰਵੇਸ਼ੀ ਸਗਲ ਬਰਾਤਾ। ਜੀ ਵਧਾਈ ਹੋਵੇ, ਨਾਨਕੀ ਜੀ ਵਧਾਈ ਹੋਵੇ। ਏਦਾਂ ਇਕੱਤਰ ਹੋ ਗਈਆਂ ਨੇ ਘਰ ਵਿੱਚ ਬਹੁਤ ਸਾਰੀਆਂ ਇਸਤਰੀਆਂ। ਇਹਨੇ ਨੂੰ ਬਰਾਤ ਨਗਰ ਦੇ ਬਾਜ਼ਾਰ ਦੇ ਵਿੱਚ ਪ੍ਰਵੇਸ਼ ਕਰ ਗਈ। ਜਨ ਆਨੰਦ ਕੋ ਮੇਘ ਸੁਹਾਤਾ। ਕਹਿੰਦੇ ਮਨ ਨੂੰ ਜਿਵੇਂ ਆਨੰਦ ਦੇ ਬੱਦਲ ਸੋਭਨੀਕ ਹੋ ਰਹੇ ਹੋਣ, ਏਦਾਂ ਖੁਸ਼ੀ ਤੇ ਆਨੰਦ ਵਰਤ ਰਿਹਾ ਹੈ। ਦੂਲੇ ਦੁਲਹਨ ਆਗੇ ਜਾਵਤ। ਦੁਲਹੇ ਰੂਪ ਵਿੱਚ ਸਜੇ ਗੁਰੂ ਨਾਨਕ ਸਾਹਿਬ ਜੀ, ਦੁਲਹਨ ਰੂਪ ਵਿੱਚ ਸਜੇ ਹੋਏ ਜਗਤ ਮਾਤਾ, ਮਾਤਾ ਸੁਲੱਖਣੀ ਜੀ ਸਭ ਤੋਂ ਅਗਲੇ ਪਾਸੇ ਮੂਹਰੇ ਮੂਹਰੇ ਜਾ ਰਹੇ ਹਨ। ਪੀਛੇ ਲਾਲੂ ਧਨ ਬਰਖਾਵਤ। ਪਿਛਲੇ ਪਾਸੇ ਚਾਚਾ ਲਾਲੂ ਜੀ ਆ ਰਹੇ ਨੇ ਧਨ ਦਾ ਵਰਖਾ ਮੀਂਹ ਕਰਦਿਆਂ ਹੋਇਆ। ਅਸਬਿਦ ਸ਼੍ਰੀ ਬੇਦੀ ਕੁਲ ਕੇਤੂ। ਇਸ ਪ੍ਰਕਾਰ ਨਾਲ ਬੇਦੀਆਂ ਦੀ ਕੁਲ ਦੇ ਕੇਤੂ, ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮੰਦ ਮੰਦ ਗੇ ਆਪਨ ਨਕੇਤੂ। ਸਹਿਜੇ ਸਹਿਜੇ ਪਾਤਸ਼ਾਹ ਜੀ ਕਦਮ ਪੁੱਟਦੇ ਨੇ, ਭੋਏ ਰੱਖਦੇ ਨੇ ਜ਼ਮੀਨ ਤੇ ਚਰਨ,
ਔਰ ਸਹਿਜੇ ਸਹਿਜੇ ਚਲਦਿਆਂ ਆਪਣੇ ਘਰ ਪੁੱਜੇ ਹਨ। ਨਾਰਨ ਸਹਿਤ ਨਾਨਕੀ ਤੂਰਨ, ਅੱਗੇ ਬੇਬੇ ਨਾਨਕੀ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਸਾਰੀਆਂ ਗੁਆਂਢਣਾ ਇਸਤਰੀਆਂ ਇਕੱਤਰ ਨੇ, ਉਹਨਾਂ ਦੇ ਸਮੇਤ ਬੇਬੇ ਜੀ ਘਰੋਂ ਬਾਹਰ ਆਏ ਹਨ। ਨਿਕਸ ਕਰੀ ਕੁਲ ਰੀਤ ਸੰਪੂਰਨ, ਬਾਹਰ ਆ ਕੇ ਜਿੰਨੀ ਕੁੱਲ ਰੀਤ ਹੁੰਦੀ ਹੈ ਉਹ ਸਾਰੀਆਂ ਕੁੱਲ ਰੀਤੀਆਂ ਬੇਬੇ ਨਾਨਕੀ ਨੇ ਨਿਭਾਈਆਂ ਨੇ, ਪੂਰਨ ਕੀਤੀਆਂ ਹਨ। ਸਾਦਰ ਲੈ ਕਰ ਨਿਜ ਪਰਝਾਈ, ਬੜੇ ਸਤਿਕਾਰ ਨਾਲ ਆਪਣੀ ਭਰਜਾਈ ਮਾਤਾ ਸੁਲੱਖਣੀ ਜੀ ਨੂੰ ਬੇਬੇ ਨਾਨਕੀ ਜੀ ਨੇ ਨਾਲ ਲਿਆ, ਅਦਬ ਨਾਲ ਸਤਿਕਾਰ ਨਾਲ ਲੈ ਕੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਸੁੰਦਰ ਮੰਦਰ ਵਿੱਚ ਬਸਾਈ, ਮਾਤਾ ਸੁਲੱਖਣੀ ਜੀ ਨੂੰ ਬੜਾ ਸੋਹਣਾ ਜਿਹਾ ਮਕਾਨ ਹੈ ਬੇਬੇ ਨਾਨਕੀ ਦਾ, ਬੜਾ ਸੁੰਦਰ ਸਜਾਇਆ ਹੋਇਆ ਹੈ। ਉਸ ਸੋਹਣੇ ਜਿਹੇ ਮਕਾਨ ਦੇ ਵਿੱਚ ਜਾ ਕੇ ਮਾਤਾ ਸੁਲੱਖਣੀ ਜੀ ਨੂੰ ਬਿਠਾਇਆ। ਪਾਏ ਓਲ ਮੈਂ ਧਨ ਕੀ ਥਾਤੀ, ਬੇਬੇ ਨਾਨਕੀ ਨੇ ਆਖਿਆ ਜਾਓ ਵੀ ਟਕਿਆਂ ਦੀ ਰੁਪਈਆਂ ਦੀ ਥੈਲੀ ਲਿਆਓ। ਰੁਪਈਆਂ ਦੀ ਥੈਲੀ ਲਿਆ ਕੇ ਬੇਬੇ ਨਾਨਕੀ ਨੇ ਆਪਣੀ ਭਰਜਾਈ ਮਾਤਾ ਸੁਲੱਖਣੀ ਦੀ ਝੋਲੀ ਚ ਪਾਈ ਹੈ। ਫਿਰ ਚਿਹਰੇ ਤੋਂ ਬਸਤਰ ਟਾਲ ਕੇ ਮਾਤਾ ਸੁਲੱਖਣੀ ਦੇ ਦਰਸ਼ਨ ਕੀਤੇ ਹਨ। ਭਰੀ ਹਰਖ ਪੀ ਸੀਤਲ ਛਾਤੀ, ਜਦੋਂ ਆਪਣੀ ਭਰਜਾਈ ਦੇ ਦੀਦਾਰ ਕੀਤੇ, ਦਰਸ਼ਨ ਕੀਤੇ ਬੇਬੇ ਨਾਨਕੀ ਨੇ, ਖੁਸ਼ੀ ਦੇ ਨਾਲ ਬੇਬੇ ਨਾਨਕੀ ਦਾ ਹਿਰਦਾ ਖੇੜੇ ਨਾਲ ਖਿੜ ਗਿਆ, ਮਨ ਨੂੰ ਸ਼ਾਂਤੀ ਤੇ ਸਕੂਨ ਪ੍ਰਾਪਤ ਹੋਇਆ। ਬਦਨ ਬਿਲੋਕਤ ਸੰਗ ਉਮੰਗਾ, ਬੜੇ ਉਮੰਗ ਨਾਲ ਬੜੇ ਚਾਅ ਨਾਲ ਮਾਤਾ ਸੁਲੱਖਣੀ ਦੇ ਸੋਹਣੇ ਸੁੰਦਰ ਮੁਖੜੇ ਨੂੰ ਬੇਬੇ ਨਾਨਕੀ ਜੀ ਵੇਖਦੇ ਹਨ। ਕੰਚਨ ਭੂਖਨ ਭੂਖ ਤੇ ਅੰਗਾ, ਬੜੇ ਸੁੰਦਰ ਆਭੂਸ਼ਣ, ਬੜੇ ਸੁੰਦਰ ਗਹਿਣੇ ਸੋਨੇ ਦੇ ਮਾਤਾ ਸੁਲੱਖਣੀ ਜੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਹੀਰ ਹੀਰ ਉਰ ਹਰਖੈ ਨਾਰੀ, ਬੇਬੇ ਨਾਨਕੀ ਦੇ ਨਾਲ ਆਈਆਂ ਜਿਹੜੀਆਂ ਇਸਤਰੀਆਂ ਨੇ ਉਹ ਵੀ ਆ ਕੇ ਵੇਖਦੀਆਂ ਨੇ ਆਈ ਨਵੀਂ ਬਹੂ ਰਾਣੀ ਨੂੰ, ਦਰਸ਼ਨ ਕਰ ਕਰਕੇ ਉਹ ਵੀ ਮਾਨੋ ਆਨੰਦ ਦੀ ਬੂਟੀ ਲੁੱਟ ਰਹੀਆਂ ਹਨ। ਦੇਤ ਆਸ਼ਿਖਾ ਸੁਖ ਦੇ ਉਚਾਰੀ, ਆਸੀਸ ਦੇਂਦੀਆਂ ਨੇ ਜੁਗਾਂ ਤਾਈਂ ਜੀਵੇਂ ਸੁਲੱਖਣੀ, ਜੁਗਾਂ ਤਾਈਂ ਤੇਰਾ ਸੁਹਾਗ ਜੀਵੇ, ਤੂੰ ਸਦਾ ਸੁਹਾਗਣ ਹੋਵੇਂ, ਚਿਰੰਜੀਵੀ ਹੋਵੇਂ। ਏਦਾਂ ਉਹ ਜਿੰਨੀਆਂ ਇਸਤਰੀਆਂ ਆਈਆਂ ਨੇ ਅਸੀਸਾਂ ਦੇਂਦੀਆਂ ਹਨ। ਬੌਰ ਬਰਾਤੇ ਕੀਨ ਨਿਵੇਸਾ, ਇਧਰ ਜਿਹੜੀ ਬਾਕੀ ਬਰਾਤ ਆਈ ਹੈ, ਸਾਰੀ ਬਰਾਤ ਨੇ ਜਿੱਥੇ ਜਿੱਥੇ ਜਥਾ ਯਕਤ ਕਿਸੇ ਨੂੰ ਸਥਾਨ ਮਿਲਿਆ, ਸਭ ਨੇ ਆਪੋ ਆਪਣੇ ਸਥਾਨਾਂ ਤੇ ਨਿਵਾਸ ਕੀਤਾ, ਟਿਕਾਣਾ ਕੀਤਾ ਹੈ। ਪਰਮਾਨੰਦ ਕੀ ਪਾਏ ਨਿਦੇਸਾ, ਬਾਬਾ ਪਰਮਾਨੰਦ ਜੀ ਘਰ ਦੇ ਮੁਖੀਏ ਸਨ, ਇਸ ਕਰਕੇ ਉਹਨਾਂ ਦੀ ਆਗਿਆ ਦੇ ਮੁਤਾਬਕ ਸਾਰੇ ਘਰ ਵਿੱਚ ਪ੍ਰਵੇਸ਼ ਹੋਇਆ। ਸਾਰੇ ਘਰ ਦੇ ਵਿੱਚ ਸਾਰੀ ਬਰਾਤ ਦੇ ਟਿਕਾਣੇ ਦਾ ਪ੍ਰਬੰਧ ਹੋਇਆ। ਸੇਵਾ ਜਥਾ ਜੋਗ ਸਭ ਹੀ ਕੀ, ਬਾਬਾ ਪਰਮਾਨੰਦ ਜੀ ਨੇ ਖੁਦ ਆਪ ਆਪਣੀ ਨਿਗਰਾਨੀ 'ਚ ਸਾਰਿਆਂ ਦੀ ਸੇਵਾ ਕੀਤੀ ਹੈ। ਸਾਰਿਆਂ ਦੀ ਸੇਵਾ ਆਪ ਖੁਦ ਕੋਲ ਹੋ ਕੇ ਕਰਵਾਈ, ਜਿਹਨੂੰ ਜੋ ਚਾਹੀਦਾ ਹੈ ਉਹ ਬਾਬਾ ਪਰਮਾਨੰਦ ਜੀ ਨੇ ਪਹੁੰਚਦਾ ਕੀਤਾ ਹੈ। ਤਬ ਜੈ ਰਾਮ ਕੀਨੀ ਬਿਦਨੀ ਕੀ, ਭਾਈਆ ਜੈ ਰਾਮ ਜੀ ਵੀ ਬੜੇ ਚਾਅ ਨਾਲ ਸਾਰੀ ਬਰਾਤ ਦੀ ਸੇਵਾ ਕਰ ਰਹੇ ਨੇ। ਸਾਰੇ ਆਏ ਹੋਏ ਸੰਬੰਧੀਆਂ ਦੀ ਟਹਿਲ ਕਰ ਰਹੇ ਹਨ। ਅਸ ਪ੍ਰਕਾਰ ਦੋਏ ਨਿਸਾਬ ਤੀਤੀ, ਇਸੇ ਤਰ੍ਹਾਂ ਗੁਰੂ ਖਾਲਸਾ ਜੀ 2 ਰਾਤਾਂ ਸੁਲਤਾਨਪੁਰ ਸਾਹਿਬ ਦੇ ਵਿੱਚ ਹੋਰ ਬਤੀਤ ਹੋਈਆਂ ਹਨ। ਬਰਾਤ 2 ਰਾਤਾਂ ਇੱਥੇ ਟਿਕੀ ਰਹੀ। ਪੁਨ ਕਾਲੂ ਬੋਲਿਓ ਸ਼ੁਭ ਰੀਤੀ, 2 ਦਿਨਾਂ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਸ਼ੁਭ ਰੀਤੀ ਜੋ ਬਣਦੀ ਸੀ ਉਹਦੇ ਮੁਤਾਬਕ ਬੋਲੇ, ਕਹਿਣ ਲੱਗੇ ਨਾਨਕ ਜਨਨੀ ਮਨ ਅਨੁਰਾਗੀ। ਕਹਿਣ ਲੱਗੇ ਪਰਮਾਨੰਦ ਜੀ ਕੋਲ ਬੈਠੇ ਸਾਰੇ ਸੰਬੰਧੀ ਬੈਠੇ ਸੀ। ਪਿਤਾ ਮਹਿਤਾ ਕਾਲੂ ਜੀ ਬੋਲੇ ਕਿ ਨਾਨਕ ਦੀ ਮਾਤਾ ਤ੍ਰਿਪਤਾ, ਉਹਦੇ ਮਨ ਵਿੱਚ ਵੀ ਖੁਸ਼ੀ ਹੈ, ਉਹ ਵੀ ਉਡੀਕਦੀ ਹੋਣੀ ਹੈ ਕਿ ਮੇਰਾ ਲਾਲ ਆਪਣੀ ਬਹੂ ਰਾਣੀ ਦੇ ਸਮੇਤ, ਮੇਰੀ ਨੂੰਹ ਰਾਣੀ ਦੇ ਸਮੇਤ ਘਰ ਆਵੇ ਤੇ ਮੈਂ ਉਹਦੇ ਦਰਸ਼ਨ ਕਰਾਂ। ਉਹਦੀ ਮਾਤਾ ਰਾਏ ਭੋਏ ਦੀ ਤਲਵੰਡੀ ਉਡੀਕਦੀ ਹੋਵੇਗੀ। ਦੇਖਨ ਹੇਤ ਦ੍ਰਿਸ਼ਟ ਇਤ ਲਾਗੀ, ਉਹਦੀ ਨਿਗਾਹ ਇੱਧਰ ਹੀ ਲੱਗੀ ਹੋਣੀ ਆ ਸੁਲਤਾਨਪੁਰ ਸਾਹਿਬ ਵੱਲ। ਉਹਦੇ ਮਨ ਵਿੱਚ ਵੀ ਚਾਅ ਹੋਣਾ ਕਿ ਮੈਂ ਆਪਣੇ ਪੁੱਤਰ ਨਾਨਕ ਦੇ ਤੇ ਆਪਣੀ ਨੂੰਹ ਰਾਣੀ ਦੇ ਦਰਸ਼ਨ ਕਰਾਂ। ਤੈਂ ਕੋ ਕਰਨ ਮਨੋਰਥ ਪੂਰਨ, ਇਸ ਕਰਕੇ ਹੁਣ ਨਾਨਕ ਦੀ ਮਾਤਾ ਦਾ ਮਨੋਰਥ ਵੀ ਸਾਨੂੰ ਪੂਰਨ ਕਰਨਾ ਚਾਹੀਦਾ।
ਨਾਨਕ ਦੀ ਮਾਤਾ ਦੇ ਮਨ ਦਾ ਜਿਹੜਾ ਮਨੋਰਥ ਹੈ, ਸੰਕਲਪ ਹੈ, ਉਹ ਵੀ ਪੂਰਨ ਹੋਣਾ ਚਾਹੀਦਾ ਹੈ। ਸਭ ਬਰਾਤ ਗਮਨੇ ਅਬ ਤੂਰਨ। ਮੇਰੀ ਇੱਛਾ ਵੀ ਹੁਣ ਇੱਥੋਂ ਸਾਰੀ ਬਰਾਤ ਰਾਏ ਭੋਏ ਦੀ ਤਲਵੰਡੀ ਵਾਪਸ ਮੁੜੇ, ਨਾਨਕ ਵੀ ਨਾਲ ਚੱਲੇ ਤੇ ਨੂੰਹ ਰਾਣੀ ਸੁਲੱਖਣੀ ਵੀ ਨਾਲ ਚੱਲ ਕੇ ਜਾਵੇ। ਬਧੂ ਸੰਗ ਲੈ ਨਾਨਕ ਗਮਨੇ। ਬਹੂ ਦੇ ਸਮੇਤ ਨਾਨਕ ਜੀ ਘਰ ਚੱਲ ਕੇ ਜਾਣ, ਆਪਣੀ ਮਾਤਾ ਤ੍ਰਿਪਤਾ ਨੂੰ ਜਾ ਕੇ ਦਰਸ਼ਨ ਦੇਵਣ। ਮਿਲੇ ਮਾਤ ਕੋ ਆਪਣੇ ਭਵਨੇ। ਔਰ ਤਲਵੰਡੀ ਜਾ ਕੇ ਆਪਣੇ ਘਰ 'ਚ ਕੁਝ ਸਮਾਂ ਰਹਿਣ, ਆਪਣੀ ਮਾਤਾ ਨੂੰ ਦਰਸ਼ਨ ਦੇ ਕੇ ਖੁਸ਼ੀ ਦੇਣ। ਬਹੁਰ ਬੁਲਾਰ ਦਰਸ ਕੀ ਪਿਆਸਾ। ਫਿਰ ਉੱਥੇ ਰਾਏ ਬੁਲਾਰ ਹੈ, ਉਹਦੇ ਮਨ 'ਚ ਵੀ ਨਾਨਕ ਦੇ ਦਰਸ਼ਨਾਂ ਦੀ ਪਿਆਸ ਹੈ। ਉਹ ਵੀ ਚਾਹੁੰਦਾ ਕਿ ਮੈਨੂੰ ਨਾਨਕ ਜੀ ਦੇ ਦਰਸ਼ਨ ਹੋਣ। ਚੱਲ ਤਲਵੰਡੀ ਪੂਰੇ ਆਸਾ। ਤੇ ਤਲਵੰਡੀ ਚੱਲ ਕੇ ਨਾਨਕ ਜੀ ਉਹਦੇ ਮਨ ਦੀ ਆਸ ਵੀ ਪੂਰਨ ਕਰ ਦੇਣ, ਉਹਦੇ ਮਨ ਦਾ ਮਨੋਰਥ ਵੀ ਪੂਰਨ ਹੋ ਜਾਵੇ। ਮੁਝ ਚਲਤਿਓ ਤਿਨ ਗਿਰਾ ਉਚਾਰੀ। ਕਿਉਂਕਿ ਜਦੋਂ ਮੈਂ ਤਲਵੰਡੀਓਂ ਚੱਲ ਕੇ ਆਇਆ ਸੀ ਤੇ ਚੱਲਦੇ ਵੇਲੇ ਮੈਨੂੰ ਰਾਏ ਬੁਲਾਰ ਨੇ ਇਹ ਕਹਿ ਕੇ ਭੇਜਿਆ ਸੀ, ਪੁਰ ਆਪਣੇ ਆਨੋ ਇੱਕ ਬਾਰੀ। ਉਹਨੇ ਕਹਿ ਕੇ ਭੇਜਿਆ ਸੀ ਕਿ ਨਾਨਕ ਜੀ ਨੂੰ ਇੱਕ ਵਾਰੀ ਜ਼ਰੂਰ ਨਗਰ 'ਚ ਲੈ ਕੇ ਆਇਓ, ਇੱਕ ਵਾਰ ਜ਼ਰੂਰ ਉਹਨਾਂ ਨੂੰ ਤਲਵੰਡੀ ਲੈ ਕੇ ਆਇਓ, ਬਰਾਤ ਇੱਥੇ ਲਿਆ ਕੇ ਮੁੜ ਕੇ ਟਿਕਾਣਾ ਕਰਾਇਓ। ਕੇਤਕ ਦਿਨ ਰਹਿ ਆਏ ਬਹੋਰੀ। ਤੇ ਕੁਝ ਦਿਨ ਨਾਨਕ ਜੀ ਉੱਥੇ ਰਹਿ ਆਵਣਗੇ, ਰਾਏ ਬੁਲਾਰ ਨੂੰ ਮਿਲ ਲੈਣਗੇ, ਮਾਤਾ ਨੂੰ ਮਿਲ ਲੈਣਗੇ, ਬਾਕੀ ਹੋਰ ਜਿੰਨੇ ਸੰਬੰਧੀ ਨੇ ਉੱਥੇ ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਭਾਵੇਂ ਮੁੜ ਕੇ ਇੱਥੇ ਆ ਜਾਣ। ਕਰੇ ਕਾਰ ਇਉ ਮਸਲਤ ਮੋਰੀ। ਤੇ ਇੱਥੇ ਆ ਕੇ ਜਿਹੜੀ ਕਾਰ ਕਰਦੇ ਨੇ ਮੋਦੀ ਖਾਨੇ ਦੀ, ਉਹ ਆ ਕੇ ਕਰ ਲੈਣ। ਹੁਣ ਮੇਰੀ ਤਾਂ ਇਹ ਸਲਾਹ ਹੈ ਕਿ ਨਾਨਕ ਦੇ ਸਮੇਤ ਆਪਾਂ ਸਾਰੇ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਤਲਵੰਡੀ ਰਾਏ ਭੋਏ ਦੀ ਤਲਵੰਡੀ ਚੱਲੀਏ। ਸ਼੍ਰੀ ਨਾਨਕ ਕੋ ਰੁਖ ਲਖ ਆਸੂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਰੁਖ ਵੇਖ ਕੇ ਬੋਲਿਓ ਤਬ ਜੈ ਰਾਮ ਤੈ ਪਾਸੂ। ਲਾਗੇ ਭਾਈਆ ਜੈ ਰਾਮ ਜੀ ਬੈਠੇ ਸਨ, ਉਹ ਬੋਲੇ, ਕਹਿਣ ਲੱਗੇ, ਜਬ ਤੁਮ ਲੈ ਜਾਵੋਗੇ ਤਹਿਵਾ। ਭਾਈਆ ਜੈ ਰਾਮ ਜੀ ਥੋੜਾ ਜਿਹਾ ਰੋਸ ਜੇ ਵਿੱਚ ਬੋਲੇ, ਪਿਤਾ ਜੀ ਨਾਲ ਨਾਰਾਜ਼ਗੀ ਵੀ ਸੀ ਉਹਨਾਂ ਨੂੰ। ਕਹਿਣ ਲੱਗੇ, ਪਿਤਾ ਜੀ ਜਦੋਂ ਤੁਸੀਂ ਨਾਨਕ ਜੀ ਨੂੰ ਇੱਥੋਂ ਨਗਰ ਆਪਣੇ 'ਚ ਤਲਵੰਡੀ ਲੈ ਜਾਓਗੇ, ਮੋਦੀ ਕਾਰ ਨਾ ਹੋਏ ਨਿਰਭੈਵਾ। ਤੇ ਇੱਥੇ ਮੋਦੀ ਖਾਨੇ ਦਾ ਕੰਮ ਕੌਣ ਨਿਭਾਵੇਗਾ? ਇੱਥੇ ਇੰਨਾ ਕੰਮ ਚੱਲਦਾ ਮੋਦੀ ਖਾਨੇ 'ਚ, ਇੱਥੇ ਪਿੱਛੇ ਕੌਣ ਸਾਂਭੇਗਾ ਮੋਦੀ ਖਾਨਾ? ਲੈਣ ਦੇਣਾ ਕਾਰਜ ਭਾਰੀ। ਕਿਉਂਕਿ ਇੱਥੇ ਲੈਣ ਦੇਣ ਦੇ ਕਿੰਨੇ ਕੰਮ ਨੇ, ਸਾਰਾ ਦਿਨ ਹਜ਼ਾਰਾਂ ਲੋਕ ਆਉਂਦੇ ਐ, ਉਹਨਾਂ ਨਾਲ ਲੈਣ ਦੇਣ ਦਾ ਸੰਬੰਧ ਕਰਨਾ, ਇਹ ਸਭ ਕੁਝ ਗੁਰੂ ਨਾਨਕ ਸਾਹਿਬ ਕਰਦੇ ਹਨ। ਬਿਨ ਇਨ ਤੇ ਨ ਜਾਤ ਸੰਭਾਰੀ। ਜੇ ਇਹ ਤੁਹਾਡੇ ਨਾਲ ਚਲੇ ਗਏ ਤਲਵੰਡੀ ਤੇ ਇਹਨਾਂ ਤੋਂ ਬਾਅਦ ਇੱਥੇ ਕਿਸੇ ਹੋਰ ਕੋਲੋਂ ਨਹੀਂ ਸੰਭਾਲ ਹੋਣਾ ਮੋਦੀ ਖਾਨਾ, ਕਿਸੇ ਹੋਰ ਕੋਲੋਂ ਇਹ ਕਾਰਜ ਨਹੀਂ ਸੰਭਾਲ ਹੋਣਾ। ਸੋਦਾ ਆਪਨ ਵਿਖੇ ਵਿਸ਼ੇਖਾ। ਕਿਉਂਕਿ ਮੋਦੀ ਖਾਨੇ 'ਚ ਕਿੰਨਾ ਸਾਜ ਸਮਾਨ ਪਿਆ, ਰਾਸ਼ਨ ਭਰਿਆ ਪਿਆ, ਬੋਰੀਆਂ ਭਰੀਆਂ ਪਈਆਂ ਨੇ, ਇਹ ਸਾਰਾ ਸਾਂਭ ਸੰਭਾਲ ਦਾ ਕੰਮ, ਇਹਨੂੰ ਅੱਗੇ ਵਰਤਾਉਣ ਦਾ ਕੰਮ ਨਾਨਕ ਜੀ ਤੋਂ ਇਲਾਵਾ ਕੋਈ ਦੂਜਾ ਨਹੀਂ ਕਰ ਸਕਦਾ। ਕਰੇ ਨਵਾਬ ਸੰਗ ਕੋ ਲੇਖਾ। ਕੱਲ ਨੂੰ ਹਿਸਾਬ ਕਿਤਾਬ ਹੋਣਾ ਤੇ ਦੌਲਤ ਖਾਨ ਨਾਲ ਕੌਣ ਕਰੇਗਾ ਹਿਸਾਬ ਕਿਤਾਬ? ਦੌਲਤ ਖਾਨ ਨਾਲ ਲੇਖਾ ਜੋਖਾ, ਕਿਉਂਕਿ ਉਹਨੇ ਤਾਂ ਹਿਸਾਬ ਕਿਤਾਬ ਮੰਗਣਾ ਹੈ ਨਾ, ਉਹ ਫਿਰ ਕੌਣ ਕਰੇਗਾ? ਕਮਲ ਨੈਣ ਕੋ ਰੁਖ ਪੁਨ ਨਾਹੀ। ਨਾਲੇ ਮੇਰੇ ਕਮਲ ਨੈਣ ਸਤਿਗੁਰਾਂ ਦਾ ਮਨ ਨਹੀਂ ਹੈ ਤਲਵੰਡੀ ਜਾਣ ਨੂੰ, ਭਾਈਆ ਜੈ ਰਾਮ ਜੀ ਕਹਿੰਦੇ। ਨਾਲੇ ਉਹ ਤਾਂ ਬਹਾਨਾ ਹੀ ਸੀ ਮੋਦੀ ਖਾਨੇ ਦਾ ਲਾ ਰਹੇ, ਅਸਲ ਵਿੱਚ ਭਾਈਆ ਜੈ ਰਾਮ ਜੀ ਟੋਕ ਲਾ ਰਹੇ ਨੇ ਵੀ ਨਾ ਜਾਣ। ਕਹਿੰਦੇ ਮੇਰੇ ਕਮਲ ਨੈਣ ਸਤਿਗੁਰਾਂ ਦਾ ਰੁਖ ਨਹੀਂ ਹੈ, ਇਹਨਾਂ ਦਾ ਮਨ ਨਹੀਂ ਹੈ ਤਲਵੰਡੀ ਜਾਣ ਨੂੰ। ਗਵਨ ਬਨੇ ਕਿਉਂ ਤਵ ਘਰ ਮਾਈ। ਨਾਲੇ ਕਿਉਂ ਜਾਣ ਜੀ ਤੁਹਾਡੇ ਘਰ? ਕਮਲ ਨੈਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਪਟਵਾਰੀ ਜੀ ਤੁਹਾਡੇ ਘਰ ਕਿਉਂ ਜਾਣ? ਸੁਨ ਜੈ ਰਾਮ ਕੀ ਗਿਰਾ ਅਹੇਤੂ। ਜਦੋਂ ਥੋੜਾ ਜਿਹਾ ਰੋਸ ਵਿੱਚ ਕਿਹਾ ਨਾ ਵੀ ਕਿਉਂ ਜਾਣ ਤੁਹਾਡੇ ਘਰ ਨਾਨਕ ਜੀ,
ਇਹ ਸੁਣ ਕੇ ਅੱਗੋਂ ਪਿਤਾ ਜੀ ਪੁਨ ਕਾਲੂ ਬੋਲਿਓ ਕੁਲ ਕੇਤੂ, ਉਹ ਬੋਲੇ, ਕਹਿਣ ਲੱਗੇ ਪਿਤਾ ਮਹਿਤਾ ਕਾਲੂ ਜੀ, ਸੁਨੋ ਆਤਮਜ ਮਾਤ ਤੁਮਾਰੀ। ਕਹਿਣ ਲੱਗੇ ਬੇਟਾ ਤੇਰੀ ਮਾਂ ਆ ਘਰ ਵਿੱਚ, ਜੇ ਮੇਰੇ ਸੁਭਾਅ ਤੋਂ ਤੁਹਾਨੂੰ ਦੁੱਖ ਲੱਗਦਾ ਵੀ ਮੇਰਾ ਕੌੜਾ ਸੁਭਾਅ ਹੈ, ਤੇ ਤੇਰੀ ਮਾਂ ਦਾ ਤਾਂ ਕੋਈ ਕਸੂਰ ਨਹੀਂ, ਘਰ 'ਚ ਬੈਠੀ ਉਡੀਕਦੀ ਹੈ, ਉਹਦਾ ਤਾਂ ਕੋਈ ਦੋਸ਼ ਨਹੀਂ, ਆਪਣੀ ਮਾਤਾ ਵੱਲ ਵੇਖੋ। ਹੋਏ ਹਰਖ ਸਹਿ ਬਦੂ ਨਿਹਾਰੀ, ਉਹ ਜਦੋਂ ਆਪਣੀ ਨੂੰਹ ਰਾਣੀ ਸਮੇਤ ਪੁੱਤਰ ਨੂੰ ਵੇਖੇਗੀ ਉਹਨੂੰ ਖੁਸ਼ੀ ਹੋਵੇਗੀ, ਉਹਨੂੰ ਆਨੰਦ ਪ੍ਰਾਪਤ ਹੋਵੇਗਾ। ਤਲਵੰਡੀ ਚਲੀਏ ਇੱਕ ਬੇਰਾ, ਇਸ ਕਰਕੇ ਪੁੱਤਰ ਨਾਨਕ ਇੱਕ ਵਾਰ ਤਲਵੰਡੀ ਜ਼ਰੂਰ ਚੱਲੋ, ਇੱਕ ਵਾਰੀ ਜ਼ਰੂਰ ਜਾ ਕੇ ਆਓ। ਪੁਨ ਮਨ ਮੈਂ ਤੈ ਕਰੋ ਬਸੇਰਾ, ਫਿਰ ਤੁਹਾਡਾ ਮਨ ਉੱਥੇ ਰਹਿਣ ਨੂੰ ਕਰੇ ਤਾਂ ਰਹੋ, ਨਾ ਰਹਿਣ ਨੂੰ ਕਰੇ ਤੇ ਵਾਪਸ ਆ ਜਾਓ। ਪ੍ਰੇਮੀ ਪਰਮ ਬੁਲਾਰ ਬਹੋਰੀ, ਚਲੋ ਜੇ ਮਾਂ ਵੱਲ ਵੀ ਨਹੀਂ ਤੁਹਾਡਾ ਖਿਆਲ ਤੇ ਤੁਹਾਡਾ ਪਰਮ ਪ੍ਰੇਮੀ ਰਾਏ ਬੁਲਾਰਾ, ਉਹਦਾ ਹੀ ਪ੍ਰੇਮ ਵੇਖ ਲਓ, ਉਹਦੇ ਮਨ ਦੀ ਭਾਵਨਾ ਵੇਖ ਲਓ ਰਾਏ ਬੁਲਾਰ ਦੀ। ਕਰੀ ਬੰਦਗੀ ਦ્વੈ ਕਰ ਜੋਰੀ, ਉਹਨੇ ਆਪਣੇ ਦੋਵੇਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਆਪਣੀ ਬੰਦਗੀ ਭੇਟ ਕੀਤੀ ਹੈ, ਆਪਣੀ ਵਿਨਤੀ ਭੇਟ ਕੀਤੀ ਹੈ। ਮਮ ਸਨੇਹ ਜੇ ਗੁਨੋ ਨਾ ਉਰਮੈ, ਜੇ ਮੇਰੇ ਮਨ ਦਾ ਸਨੇਹ ਤੁਸੀਂ ਆਪਣੇ ਹਿਰਦੇ 'ਚ ਨਹੀਂ ਗੁਣਦੇ, ਨਹੀਂ ਆਉਂਦਾ ਤੁਹਾਡੇ ਮਨ 'ਚ ਮੇਰਾ ਮੋਹ ਜਾਂ ਪ੍ਰੇਮ, ਤੈਂ ਦਿਸ਼ ਦੇਖ ਚਲੋ ਨਿਜ ਪੁਰ ਮੈਂ। ਹੇ ਪੁੱਤਰ ਨਾਨਕ ਰਾਏ ਬੁਲਾਰ ਦਾ ਪ੍ਰੇਮ ਵੇਖ ਲੋ, ਉਹਦਾ ਪ੍ਰੇਮ ਵੇਖ ਕੇ ਤਲਵੰਡੀ ਨਨਕਾਣਾ ਸਾਹਿਬ ਟੁਰ ਚੱਲੋ। ਅਸ ਬਿਦ ਝਗਰ ਤੇ ਆਪਸ ਮਾਈ, ਏਦਾਂ ਭਾਈਆ ਜੈ ਰਾਮ ਜੀ ਕਹਿੰਦੇ ਨਾ ਪਿਤਾ ਜੀ ਮੈਂ ਨਹੀਂ ਜਾਣ ਦਿੰਦਾ, ਮੈਂ ਨਹੀਂ, ਮੇਰੇ ਕਮਲ ਨੈਣ ਸਤਿਗੁਰਾਂ ਦਾ ਮਨ ਹੀ ਨਹੀਂ ਜਾਣਦਾ, ਉੱਥੇ ਅਸੀਂ ਨਹੀਂ ਜੀ ਜਾਣਾ, ਨਾਨਕ ਜੀ ਇੱਥੇ ਠੀਕ ਨੇ। ਏਦਾਂ ਪਿਤਾ ਜੀ ਬਾਰ-ਬਾਰ ਕਹਿੰਦੇ ਆ, ਭਾਈਆ ਜੈ ਰਾਮ ਜੀ ਅੱਗੋਂ ਰੋਕ ਦਿੰਦੇ ਆ। ਏਦਾਂ ਥੋੜਾ ਸਮਾਂ, ਘੜੀਆਂ 2 ਘੜੀਆਂ ਇਹ ਗੱਲਾਂ ਹੋਈਆਂ। ਚੱਲ ਕਰ ਆਵਾ ਮੂਲਾ ਤਾਹੀ, ਇੰਨੇ ਨੂੰ ਬਾਬਾ ਮੂਲ ਚੰਦ ਜੀ ਪਹੁੰਚ ਗਏ, ਮਾਤਾ ਚੰਦੋ ਰਾਣੀ ਦੇ ਸਮੇਤ ਬਾਬਾ ਮੂਲ ਚੰਦ ਸਾਹਿਬ, ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ, ਮਾਤਾ ਸੁਲੱਖਣੀ ਦੇ ਪਿਤਾ, ਉਹ ਚੱਲ ਕੇ ਇੰਨੇ ਨੂੰ ਆ ਗਏ। 3 ਦਿਵਸ ਪੇ ਵਿਆਹ ਪਿਛਾਰੀ, ਕਿਉਂਕਿ 3 ਦਿਨ ਹੋ ਗਏ ਸਨ ਵਿਆਹ ਤੋਂ ਤਕਰੀਬਨ 3 ਦਿਨਾਂ ਬਾਅਦ ਗਮਨਿਓ ਨਿਜ ਘਰ ਤੇ ਹਿਤ ਧਾਰੀ, ਉਹ ਆਪਣੇ ਘਰੋਂ ਬੜੇ ਹਿੱਤ ਨਾਲ ਚੱਲ ਪਏ ਸਨ। ਲੈਨ ਹੇਤ ਨਿਜ ਤਨੀਆ ਆਇਓ, ਕਿਉਂਕਿ ਮਰਿਆਦਾ ਜਿਵੇਂ ਸੰਸਾਰ ਦੀ ਬਣੀ ਹੈ, ਉਹ ਲੜਕੀ ਨੂੰ ਲੈਣ ਵਾਸਤੇ ਮਾਤਾ ਸੁਲੱਖਣੀ ਜੀ ਨੂੰ ਲੈਣ ਆਏ ਹੋਏ ਸੀ। ਬਾਬਾ ਮੂਲ ਚੰਦ ਜੀ ਪਹੁੰਚ ਗਏ 3 ਦਿਨਾਂ ਬਾਅਦ। ਇਹ ਗੱਲਾਂ ਹਾਲੇ ਹੋ ਰਹੀਆਂ ਸੀ ਵੀ ਜਾਣਾ ਤਲਵੰਡੀ ਸਾਹਿਬ ਵਾਪਸ। ਇੰਨੇ ਨੂੰ ਬਾਬਾ ਮੂਲ ਚੰਦ ਜੀ ਮਾਤਾ ਸੁਲੱਖਣੀ ਜੀ ਨੂੰ ਲੈਣ ਲਈ ਪਹੁੰਚ ਗਏ। ਪਹੁੰਚ ਸਬਨ ਮੈਂ ਸੀਸ ਨਿਵਾਇਓ, ਬਾਬਾ ਮੂਲ ਚੰਦ ਸਾਹਿਬ ਨੇ ਆ ਕੇ ਪਹਿਲਾਂ ਸਾਰਿਆਂ ਵਿੱਚ ਪਹੁੰਚ ਕੇ ਸੀਸ ਝੁਕਾ ਕੇ ਪ੍ਰਣਾਮ ਕੀਤੀ। ਸੁਨ ਪ੍ਰਬਾਦ ਕੋ ਬਚਨ ਬਖਾਨਾ, ਫਿਰ ਉੱਥੇ ਗੱਲਾਂ ਬਾਤਾਂ ਚੱਲਦੀਆਂ ਸੁਣ ਕੇ ਬਾਬਾ ਮੂਲ ਚੰਦ ਜੀ ਬੋਲੇ, ਰਹਿ ਸ਼੍ਰੀ ਨਾਨਕਪੁਰ ਸੁਲਤਾਨਾ। ਉਹ ਕਹਿਣ ਲੱਗੇ ਬਾਬਾ ਮੂਲ ਚੰਦ ਜੀ ਕੋਲੋਂ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤਾਂ ਹੁਣ ਇੱਥੇ ਸੁਲਤਾਨਪੁਰ ਸਾਹਿਬ ਹੀ ਰਹਿਣਗੇ। ਕਾਰ ਕਰਨ ਕੋ ਔਰ ਨ ਕੋ, ਕਿਉਂਕਿ ਇੱਥੇ ਜਿਹੜਾ ਮੋਦੀ ਖਾਨੇ ਦਾ ਕੰਮ ਹੈ ਉਹ ਨਾਨਕ ਜੀ ਤੋਂ ਬਿਨਾਂ ਕੋਈ ਹੋਰ ਕਰਨ ਵਾਲਾ ਨਹੀਂ। ਲੇਖਾ ਕਰੇ ਵਿਸ਼ੇਖੇ ਜੋ, ਕਿਉਂਕਿ ਮੈਂ ਸੁਣਿਆ ਬੜਾ ਵੱਡਾ ਕਾਰੋਬਾਰ ਹੈ ਇੱਥੇ ਮੋਦੀ ਖਾਨੇ ਦਾ, ਉਹ ਨਾਨਕ ਤੋਂ ਬਿਨਾਂ ਕਿਸੇ ਹੋਰ ਕੋਲੋਂ ਨਹੀਂ ਹੋਣਾ। ਪੁਨ ਪਰਮਾਨੰਦ ਪਰਮ ਸਿਆਣਾ, ਇਹ ਗੱਲਾਂ ਬਾਤਾਂ ਚਲਦੀਆਂ ਸਨ ਕਿ ਇੰਨੇ ਨੂੰ ਬਾਬਾ ਪਰਮਾਨੰਦ ਜੀ ਜੋ ਭਾਈਏ ਜੈ ਰਾਮ ਦੇ ਪਿਤਾ ਜੀ ਸੀ, ਬੜੇ ਸਿਆਣੇ ਸਨ, ਉਹ ਕੋਲੋਂ ਬੋਲੇ, ਮਾਨੇ ਜੇ ਬਚ ਜੇ ਮਤੀਵਾਨਾ। ਬਾਬਾ ਪਰਮਾਨੰਦ ਜੀ ਦਾ ਸਤਿਕਾਰ ਬੜਾ ਸੀ ਸਾਰਿਆਂ ਚ, ਉਹਨਾਂ ਦਾ ਕਹਿਣਾ ਸਾਰੇ ਮੰਨਦੇ ਸੀ, ਕੋਈ ਉਹਨਾਂ ਦਾ ਕਹਿਣਾ ਨਹੀਂ ਸੀ ਮੋੜਦਾ। ਸਬਨ ਹੇਤ ਕੀ ਬੋਲਿਓ ਬਾਣੀ, ਬਾਬਾ ਪਰਮਾਨੰਦ ਜੀ ਨੇ ਉਹ ਬਚਨ ਕਹੇ ਜਿਨ੍ਹਾਂ ਵਿੱਚ ਸਾਰਿਆਂ ਦਾ ਭਲਾ ਹੋਵੇ। ਸਾਰਿਆਂ ਲਈ ਸਾਂਝੀ ਗੱਲ ਬਾਬੇ ਪਰਮਾਨੰਦ ਨੇ ਕੀਤੀ। ਸੁਨੋ ਸ਼੍ਰੋਨ ਸ਼ੁਭ ਰੀਤ ਪਛਾਨੀ, ਕਹਿਣ ਲੱਗੇ ਜੀ ਸੁਣੋ, ਮੈਂ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਸੁਣ ਲਈਆਂ ਨੇ,
ਮੇਰੇ ਮਨ 'ਚ ਜੋ ਖਿਆਲ ਆਉਂਦਾ ਉਹ ਵੀ ਸੁਣੋ। ਭਇਓ ਬਿਹਾ ਸੁਤ ਇੱਕ ਕੀ ਮਾਤਾ। ਤੁਸੀਂ ਹੋਰ ਕੁਝ ਨਾ ਵੇਖੋ, ਨਾਨਕ ਦੀ ਮਾਤਾ ਤ੍ਰਿਪਤਾ ਵੱਲ ਵੇਖੋ, ਜਿਹਦਾ ਇੱਕੋ ਇੱਕ ਪੁੱਤਰ ਹੈ ਤੇ ਇੱਕ ਇੱਕ ਪੁੱਤਰ ਦਾ ਵਿਆਹ ਹੋਇਆ। ਵੀ ਉਹਦੇ ਕੋਲ ਕਿਹੜਾ ਪੁੱਤਰਾਂ ਦਾ ਰੋਲ ਪਿਆ? ਇੱਕੋ ਇੱਕ ਪੁੱਤਰ ਜਿਸ ਮਾਂ ਦਾ ਤੇ ਇੱਕੋ ਇੱਕ ਪੁੱਤ ਦਾ ਵਿਆਹ ਹੋਇਆ ਹੈ। ਬਿਨਾ ਬਿਲੋਕੇ ਕਿਉਂ ਹੋਏ ਸ਼ਾਂਤਾ। ਇਹ ਦੱਸੋ ਭਲਾ ਵੀ ਇਹਦੀ ਮਾਂ ਨੂੰ ਕਿਵੇਂ ਸ਼ਾਂਤੀ ਮਿਲੇਗੀ ਉੱਥੇ ਤਲਵੰਡੀ, ਜਦੋਂ ਤੱਕ ਆਪਣੇ ਪੁੱਤ ਨੂੰ ਨੂੰਹ ਸਮੇਤ ਘਰ ਆਉਂਦਿਆਂ ਨਾ ਵੇਖੇਗੀ। ਇੱਕ ਮਾਂ ਦੀ ਹਿਰਦੇ ਦੀ ਵੀ ਬੇਦਨ ਵੇਖੋ ਨਾ, ਵੀ ਉਹਦੇ ਮਨ ਨੂੰ ਕਿਵੇਂ ਸਕੂਨ ਮਿਲੇਗਾ, ਉਹਦੇ ਮਨ ਨੂੰ ਕਿਵੇਂ ਟਿਕਾ ਮਿਲੇਗਾ, ਜਦੋਂ ਤੱਕ ਉਹ ਆਪਣੇ ਪੁੱਤ ਨੂੰ ਆਪਣੀ ਨੂੰਹ ਦੇ ਸਮੇਤ ਨਹੀਂ ਵੇਖ ਲੈਂਦੀ ਘਰ ਆਇਆ। ਇਤੇ ਉਡੀਕਤ ਸੋ ਦ੍ਰਿਗ ਲਾਈ। ਉਹ ਤਾਂ ਉਡੀਕਦੀ ਹੋਣੀ ਹੈ, ਉਹਦੀ ਨਿਗਾਹ ਤਾਂ ਇੱਧਰ ਸੁਲਤਾਨਪੁਰ ਸਾਹਿਬ ਵੱਲ ਲੱਗੀ ਹੋਣੀ ਹੈ। ਉਹ ਤੇ ਕਾਂ ਉਡਾ ਉਡਾ ਕੇ ਕਹਿੰਦੀ ਹੋਣੀ ਹੈ, ਵੇ ਉੱਡ ਵੇ ਕਾਵਾਂ, ਵੇਖ ਮੇਰਾ ਪੁੱਤ ਨਾਨਕ ਮੇਰੀ ਨੂੰਹ ਰਾਣੀ ਨੂੰ ਲਈ ਆਉਂਦਾ ਕਿ ਨਹੀਂ। ਉਹ ਤਾਂ ਉਸੀਆਂ ਪਾਉਂਦੀ ਹੋਵੇਗੀ ਬੈਠੀ, ਉਹਦੇ ਮਨ ਦੀ ਤਾਂਘ ਹੈ ਵੇਖਣ ਨੂੰ। ਵਿਚਰੇ ਬਚ ਜਿਉ ਤੇਨ ਲਵਾਈ। ਜਿਵੇਂ ਕੋਈ ਤਾਜ਼ਾ ਸੂਈ ਗਊ ਆਪਣੇ ਵਛੜੇ ਨੂੰ ਮਿਲਣ ਤੋਂ ਤੜਫਦੀ ਹੈ ਨਾ, ਵੇਖੇ ਬਿਨਾ ਉਹ ਤੜਫਦੀ ਬੇਬਲ ਹੁੰਦੀ ਹੈ, ਇਹ ਉਹਦਾ ਵਾਤ ਛੱਲਿਆ ਰਸ ਹੁੰਦਾ ਹੈ। ਇਸੇ ਤਰ੍ਹਾਂ ਇੱਕ ਮਾਂ ਦੇ ਮਨ 'ਚ ਰੀਝ ਹੁੰਦੀ ਹੈ ਆਪਣੇ ਪੁੱਤ ਨੂੰ ਵੇਖਣ ਦੀ। ਅਸ ਉਤਸ਼ਵ ਬਿਨ ਮਿਲੇ ਅਨੀਤੂ। ਤੇ ਇਹੋ ਜੇ ਉਤਸ਼ਵ ਵਿੱਚ ਜਿੱਥੇ ਸਾਰਾ ਜੱਗ ਇਕੱਠਾ ਹੋਇਆ ਤੇ ਆਪਣੇ ਪੁੱਤ ਦੇ ਵਿਆਹ ਦੇ ਇਸ ਉਤਸ਼ਵ ਵਿੱਚ ਮਾਂ ਨਾ ਹੋਵੇ, ਕਹਿੰਦੇ ਉਹ ਮਾਂ ਦੇ ਅੰਦਰ ਵੜ ਕੇ ਨਹੀਂ ਕੋਈ ਵੇਖੇਗਾ ਵੀ ਉਹਦੇ ਪੁੱਤ ਦੇ ਵਿਆਹ ਦਾ ਉਤਸ਼ਵ ਹੋਵੇ ਤੇ ਮਾਂ ਉਹਦੇ ਵਿੱਚ ਹਾਜ਼ਰੀ ਨਾ ਭਰੇ। ਕਹਿੰਦੇ ਇਹਦੇ ਵਿੱਚ ਤਾਂ ਮਾਂ ਦੇ ਅੰਦਰ ਕੋਈ ਵੜ ਕੇ ਨਾ ਵੇਖੇਗਾ ਜਿੰਨੀ ਉਹਦੇ ਅੰਦਰ ਘਬਰਾਹਟ ਹੋਵੇਗੀ। ਸਭ ਮਨ ਲਖੋ ਹੋਤ ਵਿਪਰੀਤੂ। ਇਸ ਕਰਕੇ ਤੁਸੀਂ ਇਹ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਵੀ ਉਲਟ ਕੰਮ ਹੈ, ਵੀ ਏਦਾਂ ਨਹੀਂ ਗੱਲ ਬਣਨੀ ਵੀ ਨਾਨਕ ਵਾਪਸ ਨਾ ਜਾਵੇ ਤੇ ਆਪਣੀ ਮਾਤਾ ਨੂੰ ਦਰਸ਼ਨ ਨਾ ਦੇਵੇ। ਇਹ ਤਾਂ ਯੋਗ ਨਹੀਂ ਹੈ। ਮੂਲ ਚੰਦ ਸੁਨ ਤੋਰ ਕੁਮਾਰੀ। ਬਾਬਾ ਪਰਮਾਨੰਦ ਜੀ ਮੂਲ ਚੰਦ ਕਹਿੰਦੇ ਜੀ ਮੈਂ ਤਾਂ ਸੁਲੱਖਣੀ ਨੂੰ ਲੈਣ ਆਇਆ। ਮੂਲ ਚੰਦ ਜੀ ਕੋਲੋਂ ਬੋਲੇ ਤੇ ਬਾਬਾ ਪਰਮਾਨੰਦ ਜੀ ਕਹਿੰਦੇ ਮੂਲ ਚੰਦ ਸੁਣ, ਤੇਰੀ ਜਿਹੜੀ ਕੁਮਾਰੀ ਯਾਨੀ ਕਿ ਸੁਲੱਖਣੀ ਭਇਓ ਆਵਨਾ ਪੂਰਬ ਵਾਰੀ। ਉਹ ਪਹਿਲੀ ਵਾਰ ਆਈ ਹੈ ਇੱਥੇ। ਉਹਨੇ ਪਹਿਲੀ ਵਾਰ ਅਸਲੀ ਸਹੁਰਾ ਘਰ ਤਾਂ ਉਹਦਾ ਨਨਕਾਣਾ ਸਾਹਿਬ ਹੈ ਨਾ, ਉੱਥੇ ਉਹਨਾਂ ਦਾ ਜਨਮ ਪਿੰਡ ਹੈ, ਉਹਦੀ ਮਾਤਾ ਉੱਥੇ ਆ ਨਾਨਕ ਦੀ। ਇਸ ਕਰਕੇ ਉਹਦਾ ਪਹਿਲੀ ਵਾਰੀ ਆਉਣਾ ਹੋਇਆ। ਜਾਏ ਸਾਸ ਟਿਗ ਰੀਤ ਸੁਹਾਤੀ। ਜਿਹੜੀ ਰੀਤ ਹੈ ਉਹ ਕਹਿੰਦੀ ਆ ਵੀ ਪਹਿਲਾਂ ਆਪਣੀ ਸੱਸ ਕੋਲ ਜਾਵੇਗੀ, ਆਪਣੀ ਸੱਸ ਕੋਲ ਕੋਈ ਦਿਨ ਰਹੇਗੀ, ਉੱਥੇ ਜਾਈ ਤੂੰ ਤੇ ਲੈ ਕੇ ਫਿਰ ਆਪਣੇ ਘਰ ਫੇਰਾ ਪਵਾ ਲਵੀ। ਪਰ ਹਾਲੇ ਯੋਗ ਨਹੀਂ ਕਿ ਮੂਲ ਚੰਦ ਵੀ ਉਹ ਆਪਣੀ ਸੱਸ ਨੂੰ ਵੀ ਨਾ ਮਿਲੇ ਤੇ ਤੂੰ ਬਾਹਰੋਂ ਇੱਥੋਂ ਆਪਣੀ ਧੀ ਰਾਣੀ ਨੂੰ ਘਰ ਫੇਰਾ ਪਵਾਉਣ ਲਈ ਲੈ ਜਾਵੇ। ਹੀਰ ਬਦੂ ਹੋਏ ਸੀਤਲ ਛਾਤੀ। ਜਦੋਂ ਆਪਣੀ ਬਹੂ ਨੂੰ ਵੇਖੇਗੀ ਤ੍ਰਿਪਤਾ ਤੇ ਉਹਦੇ ਮਨ ਨੂੰ, ਉਹਦੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਕੇਤਕ ਦਿਨ ਰਹਿ ਲਏ ਅਸੀਸਾ। ਕੁਝ ਦਿਨ ਰਹਿ ਕੇ ਆਪਣੀ ਸੱਸ ਮਾਤਾ ਕੋਲ ਅਸੀਸਾਂ ਲੈ ਲੇਗੀ, ਮੁੜ ਕੇ ਤਾਂ ਇਹਨੇ ਸੁਲਤਾਨਪੁਰ ਹੀ ਰਹਿਣਾ। ਕੁਝ ਸਮਾਂ ਉੱਥੇ ਰਹਿ ਕੇ ਆਪਣੀ ਸੱਸ ਕੋਲੋਂ ਉਹਦੇ ਕੋਲੋਂ ਅਸੀਸਾਂ ਲੈ ਲਵੇਗੀ, ਬਜ਼ੁਰਗਾਂ ਦੀਆਂ ਆਸ਼ੀਰਵਾਦਾਂ ਲੈ ਲਵੇਗੀ। ਉਨ ਆਵੇ ਪਦ ਪਰ ਧਰ ਸੀਸਾ। ਤੇ ਫਿਰ ਜਦੋਂ ਆਵੇਗੀ ਆਪਣੀ ਸੱਸ ਦੇ ਪੈਰਾਂ ਤੇ ਮੱਥਾ ਟੇਕ ਕੇ ਉਹਦੇ ਕੋਲੋਂ ਅਦਬ ਸਹਿਤ ਆਗਿਆ ਲੈ ਕੇ ਆਵੇਗੀ। ਕਿਉਂ ਇਨ ਬਨੇ ਰਹਿਨ ਤਲਵੰਡੀ। ਤੇ ਇਹਨਾਂ ਦਾ ਕਿਉਂਕਿ ਤਲਵੰਡੀ ਤਾਂ ਇਹਨਾਂ ਨੇ ਰਹਿਣਾ ਨਹੀਂ, ਇਹ ਤਾਂ ਗੱਲ ਪੱਕੀ ਹੈ ਵੀ ਉੱਥੇ ਜੇ ਜਾਣਗੇ ਵੀ ਨਾਨਕ ਜੀ ਜਾਣਗੇ ਜਾਂ ਸੁਲੱਖਣੀ ਜਾਏਗੀ, ਉੱਥੇ ਪੱਕੇ ਤੌਰ ਤੇ ਤਾਂ ਇਹਨਾਂ ਨੇ ਨਹੀਂ ਰਹਿਣਾ ਤਲਵੰਡੀ। ਕ੍ਰਿਤ ਮੋਦੀ ਕੀ ਏਠਾ ਮੰਡੀ। ਕਿਉਂਕਿ ਜਿਹੜਾ ਮੋਦੀ ਖਾਨੇ ਦਾ ਕੰਮ ਹੈ ਉਹ ਤਾਂ ਇੱਥੇ ਕਰਦੇ ਆ, ਆਵਣਾ ਤਾਂ ਇਹਨਾਂ ਨੂੰ ਮੁੜ ਕੇ ਇੱਥੇ ਹੀ ਪੈਣਾ। ਇੱਥੇ ਆ ਕੇ ਇਹਨਾਂ ਨੇ ਮੋਦੀ ਖਾਨਾ ਸਾਂਭਣਾ ਹੈ। ਬਾਲੇ ਕੋ ਤਜ ਕਰ ਅਬ ਜਾਵੇ। ਹਾਂ, ਰਹੀ ਗੱਲ ਪਿੱਛੇ ਮੋਦੀ ਖਾਨਾ ਸਾਂਭਣ ਦੀ, ਕਹਿੰਦੇ ਉਹਦੇ ਵਾਸਤੇ ਵੀ ਮੈਂ ਦੱਸ ਦਿੰਨਾ ਵੀ ਕੀ ਕਰਨਾ। ਕਹਿੰਦੇ ਉਹਦੇ ਵਾਸਤੇ ਭਾਈ ਬਾਲਾ ਜੀ ਹੈਣ, ਉਹ ਤਾਂ ਨਾਲ ਹੀ ਰਹਿੰਦੇ, ਉਹਨਾਂ ਨੂੰ ਤਾਂ ਪਤਾ ਰੋਜ਼ ਮੋਦੀ ਖਾਨੇ ਦਾ ਨਾਲ ਹੋ ਕੇ ਕੰਮਕਾਰ ਸਾਂਭਦੇ ਆ। ਜਿੰਨੀ ਦੇਰ ਤੱਕ ਨਾਨਕ ਜੀ ਜਾ ਕੇ ਆਉਂਦੇ ਨਹੀਂ ਮੋਦੀ ਖਾਨੇ 'ਚ, ਓਨੀ ਦੇਰ ਤੱਕ ਮੋਦੀ ਖਾਨੇ ਦਾ ਜਿਹੜਾ ਕੰਮ ਹੈ ਉਹ ਭਾਈ ਬਾਲਾ ਜੀ ਸਾਂਭਣਗੇ।
ਮੋਦੀਖਾਨੇ ਦੀ ਸਾਰੀ ਕਿਰਤ ਦੀ ਜ਼ਿੰਮੇਵਾਰੀ ਭਾਈ ਬਾਲਾ ਜੀ ਦੀ ਹੋਵੇਗੀ। ਬਹੁਰ ਆਏ ਨਿਜ ਕਾਰ ਚਲਾਵੇ। ਤੇ ਜਦੋਂ ਨਾਨਕ ਜੀ ਆ ਜਾਣਗੇ ਵਾਪਸ ਤੇ ਆ ਕੇ ਫਿਰ ਇਹ ਆਪਣੀ ਕਾਰ ਵਿਹਾਰ ਚਲਾ ਲੈਣਗੇ। ਸੁਨ ਪਰਮਾਨੰਦ ਕੀ ਸ਼ੁਭ ਬਾਣੀ। ਜਦੋਂ ਬਾਬਾ ਪਰਮਾਨੰਦ ਜੀ ਨੇ ਸ਼ੁਭ ਬਾਣੀ ਬੋਲੀ, ਮਨ ਮਾਨੀ ਸਭ ਤੂਸ਼ਨ ਠਾਨੀ। ਬਾਬਾ ਪਰਮਾਨੰਦ ਜੀ ਦਾ ਸਤਿਕਾਰ ਸੀ। ਸਾਰਿਆਂ ਨੇ ਕਿਹਾ ਜੀ ਠੀਕ ਹੈ, ਤੁਸੀਂ ਬਜ਼ੁਰਗ ਹੋ, ਜੋ ਕਹਿ ਰਹੇ ਹੋ ਸੱਚ ਹੈ। ਸਭ ਨੇ ਸਤਿਕਾਰ ਨਾਲ ਬਾਬਾ ਪਰਮਾਨੰਦ ਜੀ ਦਾ ਬਚਨ ਮੰਨ ਲਿਆ। ਮੁਝੇ ਬੁਲਾਏ ਲੀਨ ਤੈ ਕਾਲਾ। ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ। ਕਹਿੰਦੇ ਜਦੋਂ ਇਹ ਗੱਲਾਂ ਹੋ ਰਹੀਆਂ ਸਨ ਘਰ 'ਚ ਤੇ ਫਿਰ ਮੈਨੂੰ ਸੱਦ ਲਿਆ। ਭਾਈ ਬਾਲਾ ਜੀ ਕਹਿੰਦੇ ਮੈਨੂੰ ਬੁਲਾ ਕੇ ਬੋਲੇ ਬਾਣੀ ਦੀਨ ਦਿਆਲਾ। ਦੀਨਾਂ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬੋਲੇ ਮੈਨੂੰ ਬੁਲਾ ਕੇ, ਮੈਨੂੰ ਸੱਦ ਕੇ ਕਹਿਣ ਲੱਗੇ ਹਮ ਜਾਵੇਂ ਤਲਵੰਡੀ ਨਗਰੀ। ਮੈਨੂੰ ਕਹਿਣ ਲੱਗੇ ਭਾਈ ਬਾਲਾ ਜੀ ਅਸੀਂ ਤਲਵੰਡੀ ਚੱਲੇ ਆ ਮਾਤਾ ਜੀ ਨੂੰ ਮਿਲਣ। ਅਸੀਂ ਤਲਵੰਡੀ ਯਾਨੀ ਕਿ ਨਨਕਾਣਾ ਸਾਹਿਬ ਜਾ ਰਹੇ ਹਾਂ। ਰਹਿ ਤੁਮ ਕਾਰ ਚਲਾਵੋ ਸਗਰੀ। ਤੇ ਸਾਡੇ ਪਿੱਛੋਂ ਇੱਥੇ ਜਿਹੜਾ ਮੋਦੀਖਾਨੇ ਦਾ ਜਿੰਨਾ ਕੰਮਕਾਰ ਹੈ ਉਹ ਤੁਸੀਂ ਇੱਥੇ ਰਹਿ ਕੇ ਚਲਾਓ। ਖਰਚ ਨਿਸ਼ੰਖੈ ਦਿਓ ਵਿਸ਼ੇਖਾ। ਬੇਨਿਸ਼ੰਕ ਹੋ ਕੇ ਯਾਨੀ ਕਿ ਨਿਡਰ ਹੋ ਕੇ ਜਿੰਨਾ ਮਰਜ਼ੀ ਖੁੱਲੇ ਹੱਥ ਨਾਲ ਖਰਚ ਕਰਨਾ, ਹੱਥ ਘੁੱਟਣਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਖੁੱਲੇ ਹੱਥਾਂ ਦੇ ਨਾਲ ਦਾਨ ਕਰਨਾ, ਖੁੱਲੇ ਹੱਥਾਂ ਦੇ ਨਾਲ ਉਦਾਰਤਾ ਨਾਲ ਖਰਚ ਕਰਨਾ। ਆਨ ਕਰਾਂਗੇ ਹਮ ਸਭ ਲੇਖਾ। ਤੁਹਾਨੂੰ ਲੋੜ ਨਹੀਂ ਹੈ ਲੇਖਾ ਜੋਖਾ ਕਰਨ ਦੀ, ਬਸ ਤੁਸੀਂ ਦਾਨ ਕਰੀ ਜਾਓ। ਤੁਸੀਂ ਮੋਦੀਖਾਨੇ 'ਚ ਜਿਹੜਾ ਆਵੇ ਉਹਨੂੰ ਸਮਾਨ ਤੋਲ ਦੇਈ ਜਾਓ। ਜਿਹੜਾ ਕੋਈ ਦੇ ਜੇ ਰੱਖ ਲਓ, ਜਿਹੜਾ ਕੋਈ ਨਾ ਦੇ ਜਾਵੇ ਤਾਂ ਵੀ ਕੋਈ ਗੱਲ ਨਹੀਂ। ਰਹੀ ਗੱਲ ਹਿਸਾਬ ਕਿਤਾਬ ਦੀ, ਮਹਾਰਾਜ ਜੀ ਕਹਿੰਦੇ ਅਸੀਂ ਆਵਾਂਗੇ ਵਾਪਸ, ਉਹ ਆਪ ਆ ਕੇ ਦੌਲਤ ਖਾਂ ਨਾਲ ਕਰ ਲਵਾਂਗੇ। ਸੁਨੀਏ ਸ਼੍ਰੀ ਅੰਗਦ ਕੈ ਬਾਲਾ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਨੂੰ ਕਥਾ ਸੁਣਾਉਂਦਿਆਂ ਕਹਿੰਦੇ ਮਹਾਰਾਜ ਜੀ ਸੁਣੋ, ਜਦੋਂ ਸਤਿਗੁਰਾਂ ਨੇ ਮੈਨੂੰ ਇਹ ਡਿਊਟੀ ਲਾਈ, ਹੋ ਬੋਲਿਓ ਬਾਣੀ ਤੇ ਕਾਲਾ। ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਕਿਹਾ ਸਤਿਗੁਰੂ ਜੀ ਨੂੰ, ਲੈਨ ਦੇਨ ਕੋ ਕਾਜ ਵਿਸ਼ੇਖਾ। ਆਖਿਆ ਮਹਾਰਾਜ ਮੋਦੀਖਾਨੇ ਦੇ ਵਿੱਚ ਲੈਣ ਦੇਣ ਦਾ ਬੜਾ ਵੱਡਾ ਕੰਮਕਾਰ ਹੁੰਦਾ ਹੈ, ਇੱਥੇ ਐਡਾ ਵਿਸ਼ੇਸ਼ ਕਾਰਜ ਹੈ। ਮੋਤੇ ਸਾਂਭਿਓ ਜਾਏ ਨਾ ਲੇਖਾ। ਮਹਾਰਾਜ ਜੀ ਮੈਂ ਸਿੱਧਾ ਸਾਦਾ ਬੰਦਾ, ਇਹ ਬਾਣੀਆਂ ਵਾਲਾ ਹਿਸਾਬ ਕਿਤਾਬ ਮੇਰੇ ਕੋਲੋਂ ਨਹੀਂ ਹੋਣਾ ਜੇ। ਆ ਲੇਖਾ ਜੋਖਾ ਵੀ ਕਿੰਨਾ ਆਇਆ, ਕਿੰਨਾ ਖਰਚ ਕੀਤਾ, ਮਹਾਰਾਜ ਜੀ ਵੀ ਇਹ ਲੇਖੇ ਜੋਖੇ ਵਾਲਾ ਕੰਮ। ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਜੀ ਇਹ ਨਹੀਂ ਮੇਰੇ ਕੋਲੋਂ ਕਰ ਹੋਣਾ। ਕਾਰ ਚਲੇ ਕਿਉਂ ਬਿਨਾ ਤੁਮਾਰੇ। ਮਹਾਰਾਜ ਇਹ ਕੰਮ ਤੁਹਾਡਾ, ਤੁਹਾਡੇ ਬਿਨਾਂ ਕਿਵੇਂ ਚੱਲ ਸਕਦਾ ਹੈ। ਰਹਿਣ ਚਾਹ ਮਮ ਸਦਾ ਸੰਘਾਰੇ। ਨਾਲੇ ਮੇਰੀ ਚਾਹਨਾ ਤਾਂ ਇਹ ਆ ਵੀ ਤੁਸੀਂ ਮੂਹਰੇ ਹੋਵੋ ਤੇ ਮੈਂ ਤੁਹਾਡੇ ਪਿੱਛੇ ਪਿੱਛੇ ਚੱਲਾਂ। ਮੈਂ ਤਾਂ ਤੁਹਾਡਾ ਸੰਗ ਚਾਹੁੰਦਾ, ਤੁਹਾਡੇ ਅਧੀਨ ਹੋ ਕੇ ਚੱਲਦਾ ਹਾਂ। ਰਾਵਰ ਸਰਸ ਹੋਏ ਜੋ ਕੋ। ਮਹਾਰਾਜ ਤੁਹਾਡੇ ਬਰਾਬਰ ਕੋਈ ਹੋਵੇ ਦੂਜਾ, ਤੋ ਤੁਮ ਕ੍ਰਿਤ ਨਿਭਾਏ ਸੋ। ਤੁਹਾਡੇ ਬਰਾਬਰ ਕੋਈ ਦੂਜਾ ਹੋਵੇ ਉਹ ਤਾਂ ਤੁਹਾਡਾ ਕੰਮ ਕਰ ਸਕਦਾ, ਤੁਹਾਡੇ ਬਰਾਬਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਭਾਈ ਬਾਲੇ ਦੀ ਬੇਨਿਮਰਤਾ ਸੀ। ਮਹਾਰਾਜ ਇਹ ਕਾਰਜ ਤੁਹਾਡਾ ਹੈ, ਤੁਸੀਂ ਕਰਨਾ। ਤੁਹਾਡੇ ਬਰਾਬਰ ਕੋਈ ਹੋਵੇਗਾ ਤੇ ਤੁਹਾਡੇ ਬਰਾਬਰ ਇਹ ਕੰਮ ਕਰੇਗਾ ਨਾ, ਮੋਦੀਖਾਨਾ ਚਲਾਵੇਗਾ। ਮਹਾਰਾਜ ਮੇਰੇ ਚ ਤਾਣ ਨਹੀਂ ਪਾਤਸ਼ਾਹ ਕਿ ਮੈਂ ਤੁਹਾਡੇ ਬਰੋਬਰ ਚੱਲ ਕੇ ਇਹ ਕੰਮ ਕਰ ਸਕਾਂ। ਸੁਨ ਬੋਲੇ ਸ਼੍ਰੀ ਮੁਖ ਸਸ ਸੋਭਾ। ਜਦੋਂ ਭਾਈ ਬਾਲੇ ਨੇ ਏਦਾਂ ਬੇਨਿਮਰਤਾ ਨਾਲ ਬੇਨਤੀ ਕੀਤੀ, ਚੰਦਰਮਾ ਜੈਸੇ ਸੁੰਦਰ ਮੁਖੜੇ ਵਾਲੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਬਚਨਨ ਪਰ ਅੰਮ੍ਰਿਤ ਛਬ ਲੋਬਾ। ਕਹਿੰਦੇ ਐਸੇ ਸੁੰਦਰ ਬਚਨ ਨੇ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਦੇ ਬਚਨਾਂ ਉੱਤੇ ਅੰਮ੍ਰਿਤ ਵੀ ਲੁਭਾਏ ਮਾਨ ਹੋ ਜਾਏ। ਕਹਿੰਦੇ ਇੱਕ ਤਾਂ ਬਚਨ ਅੰਮ੍ਰਿਤ ਹੁੰਦੇ ਆ ਨਾ, ਕਹਿੰਦੇ ਗੁਰੂ ਸਾਹਿਬ ਦੇ ਬਚਨ ਐਸੇ ਸ਼ੋਭਾ ਵਾਲੇ ਨੇ ਕਿ ਜਿਹੜਾ ਅੰਮ੍ਰਿਤ ਹੈ ਨਾ, ਅੰਮ੍ਰਿਤ ਕਹਿੰਦੇ ਅੰਮ੍ਰਿਤ ਵੀ ਲੁਭਾਏ ਮਾਨ ਹੋ ਜਾਏ। ਕਾਸ਼ ਮੈਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਰਗਾ ਹੋ ਜਾਵਾਂ। ਹਾਂਜੀ।
ਵੈ ਬਾਲੇ ਤੁਝ ਕੋ ਮਮ ਸੰਗਾ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਤੁਸੀਂ ਮੇਰੇ ਨਾਲ ਰਹਿੰਦੇ ਹੋ। ਸਭੇ ਬੈਸ ਮੈਂ ਰਹੇ ਅਪੰਗਾ। ਰਹੀ ਗੱਲ ਸਾਡੇ ਨਾਲ ਰਹਿਣ ਦੀ, ਤੁਸੀਂ ਸਾਡੇ ਨਾਲ ਹੀ ਰਹੋਗੇ, ਸਾਡੇ ਨਾਲ ਹੀ ਵਿਚਰੋਗੇ। ਸਦਾ ਨਾਮ ਮੈਂ ਪ੍ਰੀਤ ਕਨੇਰੀ। ਭਾਈ ਬਾਲਾ ਜੀ ਤੁਹਾਡੇ ਮਨ ਵਿੱਚ ਸਦਾ ਅੰਮ੍ਰਿਤ ਨਾਮ ਦੀ ਪ੍ਰੀਤ ਹੈ। ਜਨਮ ਮਰਨ ਕੀ ਕਟੇ ਜੋ ਬੇਰੀ। ਐਸੇ ਅੰਮ੍ਰਿਤ ਨਾਮ ਦੀ ਪ੍ਰੀਤ ਹੈ ਤੁਹਾਡੇ ਮਨ ਵਿੱਚ, ਜਿਸ ਦੇ ਨਾਲ ਤੁਹਾਡੀ ਜਨਮ ਤੇ ਮਰਨ ਦੀ ਪੀੜਾ ਕੱਟੀ ਜਾਵੇਗੀ। ਕਾਰ ਕਰੇ ਸਭ ਹੀ ਕਰਤਾਰਾ। ਭਾਈ ਬਾਲਾ ਜੀ ਅਸੀਂ ਇੱਥੇ ਸੀ ਤਾਂ ਵੀ ਇਹ ਕੰਮ ਇਹ ਕਾਰ ਕਰਤਾਰ ਕਰ ਰਿਹਾ ਸੀ। ਅਸੀਂ ਜੇ ਜਾਵਾਂਗੇ ਤੇ ਪਿੱਛੋਂ ਵੀ ਇਹ ਸਾਰਾ ਕੰਮ ਕਰਤਾਰ ਨਹੀਂ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਰੂਪ ਹੋ ਕੇ ਕਰਤਾਰ ਰੂਪ ਹੋ ਕੇ ਆਪ ਹੀ ਕਰ ਰਹੇ ਨੇ, ਤੇ ਜੇ ਸਰੀਰ ਕਰਕੇ ਜਾਣਗੇ ਤੇ ਪਿੱਛੇ ਵੀ ਕਰਤਾਰ ਨਹੀਂ ਕਰਨਾ ਨਾ। ਮਹਾਰਾਜ ਜੀ ਧੀਰਜ ਦਿੰਦੇ ਭਾਈ ਬਾਲੇ ਨੂੰ, ਕਹਿੰਦੇ ਸਾਰੀ ਕਾਰ ਕਰਤਾਰ ਕਰੇਗਾ। ਰਹੋ ਠਾਂਡੋ ਮਦ ਈਠੇ ਹਮਾਰਾ। ਤੂੰ ਮੇਰੇ ਪਿਆਰੇ ਬਸ ਹੱਟੀ 'ਚ ਖਲੋਤਾ ਰਹੀਂ, ਕਰਨ ਕਰਾਉਣ ਵਾਲਾ ਕਰਤਾਰ ਹੈ। ਬਸ ਤੂੰ ਤਾਂ ਖਲੋਣਾ ਆ ਭਾਈ ਬਾਲਾ ਜੀ, ਤੁਸੀਂ ਤਾਂ ਖੜਨਾ ਆ ਇੱਥੇ। ਮੇਰੇ ਪਿਆਰੇ ਜੀ ਤੁਸੀਂ ਤਾਂ ਕੇਵਲ ਹੱਟੀ 'ਚ ਖਲੋਣ ਦਾ ਕੰਮ ਕਰੋ, ਬਾਕੀ ਸਾਰਾ ਕੰਮ ਉਸ ਕਰਤਾਰ ਨੇ ਕਰਨਾ ਹੈ। ਏਕ ਮਾਸ ਲੋ ਹਮਰੋ ਆਵਨ। 1 ਮਹੀਨੇ ਤੱਕ ਅਸੀਂ ਮੁੜ ਕੇ ਵਾਪਸ ਆਵਾਂਗੇ। 1 ਮਹੀਨੇ ਤੱਕ ਤੁਸੀਂ ਇਹ ਸੇਵਾ ਕਰਨੀ ਹੈ, 1 ਮਹੀਨੇ ਬਾਅਦ ਅਸੀਂ ਆਵਾਂਗੇ। ਤਾਵਦ ਰਹੀਏ ਰੀਤ ਸੁਹਾਵਨ। ਉਦੋਂ ਤਾਈਂ ਤੁਸੀਂ ਇਸ ਸੁਹਾਵਣੀ ਰੀਤ ਨੂੰ ਟੋਰੀ ਰੱਖੋ। ਇਉਂ ਸੁਨ ਮੈਂ ਸੁਖ ਪਾਏ ਕਨੇਰਾ। ਭਾਈ ਬਾਲਾ ਜੀ ਕਹਿੰਦੇ ਜਦੋਂ ਸਾਹਿਬ ਨੇ ਬਚਨ ਕਹੇ ਤੇ ਮੈਂ ਸੁਣ ਕੇ ਹੱਥ ਜੋੜੇ ਤੇ ਆਖਿਆ ਮਹਾਰਾਜ ਸਤ ਬਚਨ, ਜੇ ਕਰਤਾਰ ਨੇ ਕਰਨਾ ਤੇ ਫਿਰ ਮੈਂ ਵੀ ਕਠਪੁਤਲੀਆਂ ਕਰਤਾਰ ਦੀ। ਕਰਤਾਰ ਜਿਵੇਂ ਨਚਾਊ ਤਿਵੇਂ ਨੱਚਾਂ, ਜੋ ਕਰਾਊ ਤਿਵੇਂ ਕਰਾਂ, ਇਹ ਤਰਸ ਮੇਰੇ ਤੇ ਕਰੋ। ਕਯੋ ਬਚਨੋ ਰਾਵਰ ਚੇਰਾ। ਮੈਂ ਬੇਨਤੀ ਕੀਤੀ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਤੁਹਾਡਾ ਚੇਰਾ ਹਾਂ, ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਅਦਨਾ ਜਿਹਾ ਮੁਰੀਦ ਹਾਂ। ਕਰ ਕਰੁਣਾ ਦੀਜੇ ਬਾਰੇ ਐਸੇ। ਮੇਰੇ ਤੇ ਕਿਰਪਾ ਕਰੋ। ਭਾਈ ਬਾਲਾ ਜੀ ਕਹਿੰਦੇ ਹੇ ਜਗਤ ਗੁਰੂ ਮੇਰੇ ਤੇ ਕਿਰਪਾ ਕਰਕੇ ਮੈਨੂੰ ਐਸਾ ਵਰ ਦਿਓ। ਤੁਮ ਆਇਸ ਪੇਲੋ ਨੇ ਕੈਸੇ। ਇਹ ਵਰ ਦਿਓ ਕਿ ਮੈਂ ਕਦੇ ਤੁਹਾਡਾ ਹੁਕਮ ਨਾ ਮੋੜਾਂ। ਇਹ ਵਰ ਦਿਓ ਮੇਰੇ ਸਾਹਿਬ ਜੀ ਮੈਨੂੰ ਕਿ ਮੈਂ ਕਦੇ ਵੀ ਤੁਹਾਡਾ ਹੁਕਮ ਨਾ ਫੇਰਾਂ ਨਾ ਮੋੜਾਂ। ਰਹੋ ਸਦਾ ਮੈਂ ਹੋਏ ਅਨੁਸਾਰੀ। ਮੈਂ ਸਦਾ ਤੁਹਾਡੇ ਅਨੁਸਾਰੀ ਹੋ ਕੇ ਰਹਾ, ਸਦਾ ਤੁਹਾਡੇ ਅਧੀਨ ਹੋ ਕੇ ਰਹਾ। ਹਿਰਦੇ ਲਾਲਸਾ ਯਹੀ ਹਮਾਰੀ। ਮਹਾਰਾਜ ਜੀ ਮੇਰੇ ਮਨ 'ਚ ਇਹੀ ਲਾਲਸਾ ਹੈ, ਮੈਂ ਸਦਾ ਤੁਹਾਡੇ ਤਾਬਿਆਂ ਚੱਲਾਂ, ਸਦਾ ਤੁਹਾਡੇ ਅਧੀਨ ਹੋ ਕੇ ਰਹਾ। ਪ੍ਰੇਮ ਪ੍ਰਸੀਦੇ ਸੁਨ ਕਰ ਬਚਨਾ। ਪ੍ਰੇਮ ਦੇ ਰੰਗ 'ਚ ਭਰੇ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋਏ ਭਾਈ ਬਾਲੇ ਦੀ ਬੇਨਤੀ ਸੁਣ ਕੇ। ਕਯੋ ਹੋਏ ਮਨ ਹਰ ਸੰਗ ਖਚਨਾ। ਮੁਖੋਂ ਬਚਨ ਕਿਹਾ ਭਾਈ ਬਾਲਾ ਤੇਰਾ ਚਿੱਤ ਸਦਾ ਕਰਤਾਰ ਨਾਲ ਜੁੜਿਆ ਰਹੇ। ਸਤਿ ਸ੍ਰੀ ਅਕਾਲ। ਹੋਏ ਮਨ ਹਰ ਸੰਗ ਖਚਨਾ, ਤੁਹਾਡਾ ਮਨ ਹਰੀ ਨਾਲ ਜੁੜਿਆ ਰਹੇ, ਤੁਹਾਡੇ ਚਿੱਤ ਚੋਂ ਕਦੇ ਕਰਤਾਰ ਨਾ ਵਿਸਰੇ। ਇਹ ਅਸੀਸ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਬਾਲਾ ਜੀ ਨੂੰ ਦਿੱਤੀ ਹੈ। ਕਰੀ ਬਹੁਰ ਤਲਵੰਡੀ ਤਿਆਰੀ। ਆਪ ਸਤਿਗੁਰਾਂ ਨੇ ਰਾਏ ਭੋਏ ਦੀ ਤਲਵੰਡੀ ਨੂੰ ਵਾਪਸ ਜਾਣ ਦੀ ਤਿਆਰੀ ਕੀਤੀ। ਜੋ ਬਰਾਤ ਸਭ ਸੰਗ ਸਿਧਾਰੀ। ਜਿੰਨੀ ਬਰਾਤ ਸੀ ਸਾਰੀ ਬਰਾਤ ਨਾਲ ਚੱਲੀ ਹੈ। ਤਲਵੰਡੀਆਂ ਜਿਹੜੇ ਜਿਹੜੇ ਜੀ ਆਏ ਸਨ ਉਹ ਸਾਰੇ ਵਾਪਸ ਮੁੜੇ ਹਨ। ਮੈਂ ਪੀਤੇ ਕੀ ਨੀਕ੍ਰਿਤ ਮੋਦੀ। ਭਾਈ ਬਾਲਾ ਜੀ ਕਹਿੰਦੇ ਪਿੱਛੇ ਮੋਦੀ ਖਾਨੇ ਦਾ ਜਿੰਨਾ ਕੰਮ ਸੀ ਉਹ ਗੁਰੂ ਕਿਰਪਾ ਨਾਲ ਮੈਂ ਪਿੱਛੋਂ ਕਰਦਾ ਰਿਹਾ। ਦਿਓ ਖਰਚ ਜੋ
ਚਹਿ ਨ੍ਰਿਪ ਲੋਦੀ। ਕਹਿੰਦੇ ਜੋ ਮੈਨੂੰ ਖਰਚਾ ਚਾਹੀਦਾ ਹੁੰਦਾ ਸੀ ਦੌਲਤ ਖਾਂ ਮੈਨੂੰ ਦਿੰਦਾ ਰਿਹਾ। ਵਸਤ ਸਬਨ ਕੇ ਅਟੁੱਟ ਭੰਡਾਰਾ। ਮਹਾਰਾਜ ਜੀ ਜਿੰਨੀਆਂ ਵਸਤੂਆਂ ਸਨ ਮੋਦੀ ਖਾਨੇ ਵਿੱਚ ਮੈਂ ਜਿੰਨਾ ਵੀ ਉਹਦੇ ਵਿੱਚੋਂ ਦਿੱਤਾ, ਜਿੰਨਾ ਵੀ ਕਿਸੇ ਦੀਆਂ ਝੋਲੀਆਂ ਭਰ ਕੇ ਟੋਰਿਆ, ਮਹਾਰਾਜ ਜੀ ਕਦੇ ਵੀ ਉਹਨਾਂ ਵਿੱਚ ਟੋਟਾ ਨਹੀਂ ਆਇਆ। ਆਪਨ ਬੈਸਾ ਦਿਓ ਸੁਖਾਰਾ। ਤੇ ਮੈਂ ਦੁਕਾਨ 'ਚ ਬੈਠਾ ਦੇਈ ਜਾਂਦਾ ਸੀ, ਜਿੰਨਾ ਭਰ ਭਰ ਦਿੰਦਾ ਸੀ ਮਹਾਰਾਜ ਓਨੇ ਹੀ ਪਿੱਛੇ ਫੇਰ ਖਜ਼ਾਨੇ ਭਰ ਜਾਂਦੇ ਸਨ। ਦੋਹਰਾ ਬਾਲਾ ਕੈ ਦੇਖੇ ਨਹੀਂ ਤਲਵੰਡੀ ਜੋ ਆਨੰਦ। ਭਾਈ ਸਾਹਿਬ ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ, ਜਦੋਂ ਸਤਿਗੁਰੂ ਜੀ ਦੀ ਬਰਾਤ ਤਲਵੰਡੀ ਚਲੀ ਗਈ ਵਾਪਸ, ਉੱਥੇ ਜਿਹੜੇ ਆਨੰਦ ਵਰਤੇ ਉਹ ਮੈਂ ਵੇਖੇ ਨਹੀਂ, ਕਿਉਂਕਿ ਮੈਂ ਰਹਿ ਗਿਆ ਸੀ ਸੁਲਤਾਨਪੁਰ ਸਾਹਿਬ। ਉੱਥੇ ਜੋ ਹੋਇਆ ਉਹ ਕਹਿੰਦੇ ਮੈਂ ਅੱਖੀਂ ਨਹੀਂ ਵੇਖੇ, ਉੱਥੇ ਜੋ ਵਰਤਿਆ ਉਹ ਮੈਂ ਅੱਖਾਂ ਨਾਲ ਨਹੀਂ ਵੇਖਿਆ। ਸੁਨੇ ਸੋ ਜਿਸ ਬਿਦ ਹੋ ਕੋ ਸ਼੍ਰੀ ਅੰਗਦ ਸੁਖ ਕਾਂਦੇ। ਇਹ ਸੁੱਖਾਂ ਦੇ ਮੂਲ ਗੁਰੂ ਅੰਗਦ ਦੇਵ ਸਾਹਿਬ, ਮੈਂ ਵੇਖੇ ਤਾਂ ਨਹੀਂ ਉੱਥੇ ਜੋ ਆਨੰਦ ਵਰਤਿਆ, ਪਰ ਜਿਵੇਂ ਮੈਂ ਸੁਣਿਆ, ਜਿਹੜੇ ਉੱਥੋਂ ਆਏ ਵਾਪਸ, ਜਿਵੇਂ ਮੈਨੂੰ ਉਹਨਾਂ ਨੇ ਸੁਣਾਇਆ, ਜਿਵੇਂ ਸੁਣਿਆ ਹੁਣ ਮੈਂ ਤੁਹਾਨੂੰ ਸੁਣਾਉਣਾ। ਹੇ ਸੁੱਖਾਂ ਦੇ ਮੂਲ ਗੁਰੂ ਅੰਗਦ ਸਾਹਿਬ ਜੀ ਸੁਣੋ। ਚੌਪਈ ਤਲਵੰਡੀ ਕੇ ਨਿਕਟ ਪਹੁੰਚੇ। ਕਹਿੰਦੇ ਜਦੋਂ ਬਰਾਤ ਚੱਲ ਕੇ ਤਲਵੰਡੀ ਸਾਹਿਬ ਪਹੁੰਚੀ, ਬਾਜਤ ਬਾਜੇ ਜਿਨ ਧੁਨ ਉੱਚੇ। ਅਨੇਕ ਪ੍ਰਕਾਰ ਦੇ ਵਾਜੇ ਵੱਜ ਰਹੇ ਨੇ ਜਿਨ੍ਹਾਂ ਦੀ ਉੱਚੀ ਧੁਨ ਦੂਰ ਤੱਕ ਸੁਣਾਈ ਦਿੰਦੀ ਹੈ। ਤਬ ਪੁਰ ਪਾਈ ਸਾਗਰ ਸ਼ੋਭਾ। ਕਹਿੰਦੇ ਉਸ ਵੇਲੇ ਸਾਰਾ ਨਗਰ ਜਿਵੇਂ ਸਮੁੰਦਰ ਹੁੰਦਾ ਨਾ, ਸਮੁੰਦਰ ਵਾਂਗੂ ਉਫਾਨ ਵਿੱਚ ਆਇਆ। ਉਮਗੇ ਨਰ ਜਨ ਵੱਡਿਓ ਛੋਭਾ। ਉਮਗ ਉਮਗ ਕੇ ਬਾਹਰ ਨੂੰ ਦੌੜ ਦੌੜ ਕੇ ਆਉਣ ਲੱਗੇ, ਜਿਵੇਂ ਸਮੁੰਦਰ ਦਾ ਪਾਣੀ ਨਹੀਂ ਉਛਲ ਕੇ ਬਾਹਰ ਨੂੰ ਆਉਂਦਾ, ਏਦਾਂ ਤਲਵੰਡੀ ਦੇ ਨਨਕਾਣਾ ਸਾਹਿਬ ਦੇ ਜਿੰਨੇ ਲੋਕ ਸਨ ਉਮੜ ਉਮੜ ਕੇ ਬਾਹਰ ਨੂੰ ਆਉਂਦੇ ਨੇ। ਕਰ ਸ਼ਿੰਗਾਰ ਕੋ ਨਾਗਰ ਨਾਰੀ। ਅਨੇਕਾਂ ਇਸਤਰੀਆਂ ਸ਼ਿੰਗਾਰ ਕਰਕੇ, ਕੰਚਨ ਭੂਖਨ ਰੁਚਰ ਸਵਾਰੀ। ਸੋਹਣਿਆ ਭੂਸ਼ਣ ਗਹਿਣਿਆਂ ਦੇ ਸਹਿਤ ਆਪਣੇ ਆਪ ਨੂੰ ਸਵਾਰ ਕੇ ਪਰ ਪਾ ਚਲੀ ਪ੍ਰਕਾਸ਼ ਛਬੀਲਾ। ਉਹ ਗਲੀਆਂ ਦੇ ਵਿੱਚ ਬਾਹਰ ਨੂੰ ਦੌੜ ਕੇ ਆਈਆਂ ਨੇ ਵੇਖਣ ਲਈ ਕਿ ਨਾਨਕ ਜੀ ਆਏ ਹਨ। ਸੋਹਤ ਜਿਉ ਬੜਵਾਲਨ ਕੀਲਾ। ਕਹਿੰਦੇ ਜਿਵੇਂ ਕੋਈ ਬੜਵਾ ਨਾਲ ਅਗਨੀ ਨਹੀਂ ਸਮੁੰਦਰ ਦੇ ਵਿੱਚ ਚਮਕਦੀ, ਏਦਾਂ ਉਹਨਾਂ ਦੇ ਸਰੀਰ ਤੇ ਪਾਏ ਗਹਿਣੇ ਚਮਕਦੇ ਨੇ। ਕੀਰਤ ਰਾਂਕਾ ਬਣੀ ਸੁਹਾਤੀ। ਕਹਿੰਦੇ ਗੁਰੂ ਸਾਹਿਬ ਦੀ ਜਿਹੜੀ ਕੀਰਤੀ ਆ ਉਹ ਚੰਦਰਮਾ ਦੀ ਚਾਨਣੀ ਵਾਂਗੂ ਜਾਪਦੀ ਹੈ। ਉਡਗਨ ਭੂਖਨ ਸਹਿਤ ਬਰਾਤੀ। ਤੇ ਜਿੰਨੇ ਬਰਾਤੀ ਨੇ ਉਹ ਤਾਰਿਆਂ ਵਾਂਗੂ ਸ਼ੋਭਦੇ ਨੇ ਨਾਲ। ਬਚਨ ਅਮੀ ਐਲਾਦ ਮੁਕੰਦਾ। ਔਰ ਗੁਰੂ ਸਾਹਿਬ ਦੇ ਮੁਖੋਂ ਕਹੇ ਗਏ ਬਚਨ ਚੰਦਰਮਾ ਵਿੱਚੋਂ ਝਲਦੇ ਹੋਏ ਝਰਦੇ ਹੋਏ ਅੰਮ੍ਰਿਤ ਦੇ ਸਮਾਨ ਨੇ, ਮੁਕਤੀ ਦਾਤੇ ਹਨ। ਅਸ੍ਰੀ ਨਾਨਕ ਪੂਰਨ ਚੰਦਾ। ਐਸੇ ਗੁਰੂ ਨਾਨਕ ਸਾਹਿਬ ਚੰਦਰਮਾ ਬਣ ਕੇ ਸ਼ੋਭਨੀਕ ਹੋ ਕੇ ਆ ਰਹੇ ਨੇ। ਤੇ ਜਿਵੇਂ ਪੁੰਨਿਆਂ ਦੇ ਚੰਨ ਨੂੰ ਵੇਖ ਕੇ ਸਮੁੰਦਰ ਉਛਲਦਾ ਨਾ, ਏਦਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਨੂੰ ਸਾਰਾ ਨਨਕਾਣਾ ਸਾਹਿਬ ਉਛਲ ਕੇ ਮਾਨੋ ਸਮੁੰਦਰ ਵਾਂਗੂ ਬਾਹਰ ਆਇਆ ਹੈ। ਤਿਸੇ ਬਿਲੋਕਨ ਹੇਤੇ ਉਮੰਗਾ। ਸਭ ਦੇ ਮਨ ਚ ਇੱਕੋ ਮੰਗ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਬੜੇ ਸਮੇਂ ਬਾਅਦ ਵਾਪਸ ਪਰਤੇ ਨੇ। ਚਲੋ ਜੀ ਨਾਨਕ ਜੀ ਦੇ ਦਰਸ਼ਨ ਕਰੀਏ, ਚੱਲ ਕੇ ਦੀਦਾਰ ਕਰੀਏ। ਲਾੜੇ ਦੇ ਰੂਪ ਚ ਸਜੇ ਕਿਹੋ ਜਿਹੇ ਲੱਗਦੇ ਹੋਣਗੇ, ਚਲੋ ਜੀ ਦਰਸ਼ਨ ਕਰੀਏ। ਆਵਤ ਨਰ ਜਨ ਉਠੇ ਤਰੰਗਾ। ਕਹਿੰਦੇ ਜਿਹੜੇ ਨਰ ਆ ਰਹੇ ਨੇ ਏਦਾਂ ਜਾਪਦਾ ਜਿਵੇਂ ਸਮੁੰਦਰ ਚ ਜਵਾਰ ਭਾਟੇ ਦੀਆਂ ਤਰੰਗਾਂ, ਉਹ ਲਹਿਰਾਂ ਉਛਲ ਕੇ ਆ ਰਹੀਆਂ ਹਨ। ਨਗਰ ਕੋਟ ਬੇਲਾ ਤਜ ਤੂਰਨ। ਕਹਿੰਦੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਤੇ ਕਿਨਾਰੇ ਨੂੰ ਛੱਡ ਕੇ ਬਾਹਰ ਆਉਂਦੀਆਂ ਨੇ ਨਾ, ਏਦਾਂ ਨਗਰ ਦਾ ਜਿਹੜਾ ਕੋਟ ਹੈ, ਕਿਲਾ, ਉਸ ਕਿਨਾਰੇ ਨੂੰ ਛੱਡ ਕੇ ਪਾਣੀ ਦੇ ਫੈਲਾਓ ਵਾਂਗੂ ਅੱਗੇ ਨੂੰ ਵਧੇ ਹਨ। ਫੈਲਿਓ ਜਲ ਜਿਉ ਵੈਰ ਸੰਪੂਰਨ। ਸਾਰੇ ਨਗਰ ਦੇ ਲੋਕ ਜਿਹੜੇ ਨੇ ਤਲਵੰਡੀ ਦੇ ਨਨਕਾਣਾ ਸਾਹਿਬ ਦੇ, ਉਹ ਪਾਣੀ ਵਾਂਗੂ ਬਾਹਰ ਆ ਕੇ ਫੈਲ ਗਏ ਨੇ। ਦੇਖ ਦੇਖ ਪਰਮੋਦ ਨ ਥੋਰਾ। ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਉਹਨਾਂ ਨੂੰ ਕੋਈ ਥੋੜੀ ਖੁਸ਼ੀ ਨਹੀਂ ਹੁੰਦੀ,
ਯਾਨੀ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ। ਸਭੇ ਬਿਲੋਚਨ ਕੀਨ ਚਕੋਰਾ, ਕਹਿੰਦੇ ਨੇਤਰਾਂ ਨੂੰ ਚਕੋਰ ਬਣਾ ਲਿਆ ਲੋਕਾਂ ਨੇ, ਤੇ ਚੰਨ ਜੈਸੇ ਮੁਖੜੇ ਨੂੰ, ਗੁਰੂ ਨਾਨਕ ਸਾਹਿਬ ਦੇ ਸੋਹਣੇ ਚੰਨ ਜਿਹੇ ਮੁਖੜੇ ਨੂੰ ਚਕੋਰ ਬਣ ਬਣ ਕੇ ਵੇਖਣ ਲੱਗੇ ਹਨ। ਚਿਰੰਕਾਲ ਵਿਚਰੇ ਸੁਖ ਰਾਸਾ, ਬੜੇ ਲੰਮੇ ਅਰਸੇ ਤੋਂ ਵਿਛੜੇ ਹੋਏ ਸਤਿਗੁਰਾਂ ਦੇ ਨਾਲੋਂ ਕਈ ਸਾਲ ਬੀਤ ਗਏ ਸਨ। ਸੁਲਤਾਨਪੁਰ ਸਾਹਿਬ ਗਿਆ ਸਤਿਗੁਰਾਂ ਨੂੰ, ਲੰਮੇ ਸਮੇਂ ਤੋਂ ਵਿਛੜਿਆਂ ਨੂੰ ਆ ਕੇ ਸਤਿਗੁਰੂ ਜੀ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਨੇ। ਜਿਨ ਕੋ ਮਿਲਨੇ ਕੀ ਬਹੁ ਪਿਆਸਾ, ਉਹ ਲੋਕ ਆਏ ਨੇ ਮਿਲਣ ਨੂੰ ਸਤਿਗੁਰਾਂ ਨੂੰ, ਜਿਨ੍ਹਾਂ ਦੇ ਮਨ ਵਿੱਚ ਸਾਹਿਬ ਨੂੰ ਮਿਲਣ ਦੀ ਬੜੀ ਭਾਰੀ ਪਿਆਸ ਸੀ, ਜਿਹੜੇ ਬਚਪਨ 'ਚ ਸਾਹਿਬ ਨਾਲ ਖੇਡਦੇ ਸਨ, ਮਹਾਰਾਜ ਜੀ ਦੇ ਭਜਨ ਬਿਲਾਸ ਸੁਣਦੇ ਸਨ, ਜਿਨ੍ਹਾਂ ਅੰਦਰ ਗੁਰਦੇਵ ਦੇ ਦਰਸ਼ਨਾਂ ਦੀ ਤਾਂਘ ਸੀ, ਉਹ ਸਾਰੇ ਉਮੜ ਉਮੜ ਕੇ ਆਏ ਨੇ ਦਰਸ਼ਨ ਕਰਨ ਲਈ। ਅਸ ਪ੍ਰਕਾਰ ਪੁਰ ਨਿਕਟ ਬਰਾਤਾ, ਏਦਾਂ ਰਾਏ ਭੋਏ ਦੀ ਤਲਵੰਡੀ ਦੇ ਨਗਰ ਦੇ ਨੇੜੇ ਬਰਾਤ ਪਹੁੰਚ ਗਈ। ਪ੍ਰਵਸ਼ੀ ਦਵਾਰ ਪ੍ਰਕਾਸ਼ ਸੁਹਾਤਾ, ਤਲਵੰਡੀ ਦੇ ਦਰਵਾਜ਼ੇ ਵਿੱਚ ਬਰਾਤ ਨੇ ਪ੍ਰਵੇਸ਼ ਕੀਤਾ। ਬੜੀ ਖੁਸ਼ੀ, ਬੜਾ ਪ੍ਰਕਾਸ਼ ਸ਼ੋਭਨੀਕ ਹੋ ਰਿਹਾ ਹੈ। ਜੈ ਚੋਪਰ ਜਿਉ ਚਾਰ ਬਾਜ਼ਾਰੂ, ਕਹਿੰਦੇ ਨਨਕਾਣਾ ਸਾਹਿਬ ਦੇ ਜਿਹੜੇ ਬਾਜ਼ਾਰ ਨੇ ਬੜੇ ਸੁੰਦਰ ਨੇ, ਜਿਵੇਂ ਚੌਪੜ ਹੁੰਦਾ ਨਾ ਤੇ ਸਿੱਧੇ ਬਾਜ਼ਾਰ ਹੁੰਦੇ ਚੌਪੜ ਦੀਆਂ ਗਲੀਆਂ, ਕਹਿੰਦੇ ਚੌਪੜ ਦੀ ਖੇਡ ਵਾਂਗੂ ਸਿੱਧੇ ਬਾਜ਼ਾਰ ਹਨ। ਤੈ ਮੈਂ ਗਮਨੇ ਹਰਖੇ ਅਪਾਰੂ, ਉਹਨਾਂ ਬਾਜ਼ਾਰਾਂ ਵਿੱਚ ਬੜੀ ਖੁਸ਼ੀ ਨਾਲ ਨਨਕਾਣਾ ਸਾਹਿਬ ਦੀਆਂ ਗਲੀਆਂ ਵਿੱਚ, ਬੀਥੀਆਂ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਗੁਜ਼ਰ ਰਹੇ ਨੇ, ਲੰਘ ਰਹੇ ਨੇ। ਧੰਨਵਾਰਤ ਬਰਖਾਵਤ ਭਾਰੀ, ਆ ਕੇ ਧੰਨ ਵਾਰਦੇ ਨੇ ਲੋਕ ਔਰ ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਹਨ। ਕਰੇ ਸੁਜਸ ਜੈ ਤੈ ਨਰ ਨਾਰੀ, ਜਿਤਨੇ ਨਰ ਨਾਰੀਆਂ ਨੇ ਸਭ ਮਹਾਰਾਜ ਜੀ ਦਾ ਸੁਜਸ ਕਰ ਰਹੇ ਨੇ, ਸਤਿਗੁਰਾਂ ਦੀ ਸੋਭਾ ਵਰਣਨ ਕਰ ਰਹੇ ਨੇ। ਨਿਜ ਨਿਕੇਤ ਕੇ ਨਿਕਟੇ ਆਏ, ਚੱਲ ਕੇ ਮੇਰੇ ਸਾਹਿਬ ਜੀ ਆਪਣੇ ਘਰ ਦੇ ਦਰਵਾਜ਼ੇ ਦੇ ਨੇੜੇ ਪੁੱਜੇ ਆ ਜਗਤ ਗੁਰੂ ਗੁਰੂ ਨਾਨਕ ਸਾਹਿਬ। ਜਗਤ ਮਾਤਾ ਸੁਲੱਖਣੀ ਜੀ ਨਾਲ ਹਨ, ਪਿਤਾ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਬੜੇ ਬੜੇ ਬੇਦੀ ਜਨ, ਉਹ ਸਾਰੇ ਮਹਾਰਾਜ ਜੀ ਦੇ ਨਾਲ ਆਏ ਹਨ। ਅਨੇਕ ਪਾਂਤ ਕੇ ਹੋਤ ਵਧਾਏ, ਅਨੇਕ ਪ੍ਰਕਾਰ ਦੀਆਂ ਵਧਾਈਆਂ ਵੱਜ ਰਹੀਆਂ ਨੇ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਪਾਤ੍ਰਿਪਤਾ ਔਰ ਹਰਖ ਕਨੇਰਾ, ਮਾਤ੍ਰਿਪਤਾ ਦੇ ਹਿਰਦੇ 'ਚ ਜਿੰਨੀ ਖੁਸ਼ੀ ਹੈ ਪੂਰੇ ਸੰਸਾਰ ਭਰ ਦੇ ਕਿਸੇ ਜੀਵ ਦੇ ਹਿਰਦੇ 'ਚ ਅੱਜ ਇੰਨੀ ਖੁਸ਼ੀ ਨਹੀਂ। ਸਹਿਤ ਸਨੂਖਾ ਸੁਤ ਕੋ ਹੇਰਾ, ਆਪਣੀ ਨੂੰਹ ਰਾਣੀ ਦੇ ਸਮੇਤ ਆਪਣੇ ਲਾਲ ਦੇ ਦਰਸ਼ਨ ਕੀਤੇ ਨੇ ਮਾਂ ਤ੍ਰਿਪਤਾ ਨੇ। ਕਰੇ ਨਿਛਾਵਰ ਦਰਬੇ ਅਪਾਰਾ, ਪਹਿਲਾਂ ਧਨ ਦੀ ਥੈਲੀ ਦੋਹਾਂ ਦੇ ਸਿਰਾਂ ਤੋਂ ਵਾਰ ਕੇ ਲਾਗੇ ਖੜੀ ਦਾਸੀ ਨੂੰ ਸੱਦਿਆ, ਵੇ ਦਾਸੀਏ ਉਰੇ ਆ ਤੇਰੀ ਝੋਲੀ ਭਰਾਂ। ਦੋਹਾਂ ਦੇ ਸੀਸ ਤੋਂ ਧਨ ਵਾਰ ਕੇ ਥੈਲੀ ਉਹ ਦਾਸੀ ਦੀ ਝੋਲੀ 'ਚ ਪਾ ਕੇ ਉਹਨੂੰ ਕਿਰਤਾਰਥ ਕੀਤਾ ਮਾਂ ਤ੍ਰਿਪਤਾ ਨੇ। ਵਾਰੇ ਵਾਰ 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 ਵਾਰਾ, ਤੇ ਕਹਿੰਦੀ ਮੈਂ ਵਾਰੇ ਜਾਵਾਂ, ਵਾਰ ਵਾਰ ਵਾਰੇ ਜਾਵਾਂ, ਵਾਰੇ ਜਾਵਾਂ। ਏਦਾਂ ਜਲ ਫੜਿਆ ਨਾਲ ਜਲ ਵਾਰਦੀ ਐ ਮਾਂ, ਤੇ ਵਾਰ ਵਾਰ ਕੇ ਕਹਿੰਦੀ ਮੈਂ ਵਾਰੇ ਜਾਵਾਂ, ਵਾਰੇ ਜਾਵਾਂ। ਅੱਜ ਦੇ ਇਸ ਵਾਰ ਤੋਂ ਵਾਰੇ, ਅੱਜ ਦੇ ਇਸ ਸਮੇਂ ਤੋਂ ਵਾਰੇ, ਅੱਜ ਦੀ ਇਸ ਘੜੀ ਤੋਂ ਵਾਰੇ। ਜੋ ਕੁਲ ਰੀਤ ਸ਼ਗਨ ਸ਼ੁਭ ਕਰਈ, ਜਿੰਨੀਆਂ ਕੁਲ ਰੀਤੀਆਂ ਸਨ ਉਹ ਸਾਰੇ ਸ਼ਗਨ ਮਾਤਾ ਨੇ ਕੀਤੇ ਹਨ। ਹਉ ਬਲਿਹਾਰੀ ਬੈਨ ਉਚਰੀ, ਤੇ ਮੂੰਹ ਇਹੀ ਕਹਿੰਦੀ ਮੈਂ ਬਲਿਹਾਰ, ਮੈਂ ਵਾਰੇ, ਮੈਂ ਕਿਰਤਾਰਥ। ਏਦਾਂ ਮਾਤਾ ਜੀ ਮੁਖੋਂ ਬਚਨ ਉਚਾਰਦੇ। ਪਇਓ ਸਪੂਤ ਨਿਕੇ ਤੇ ਹਮਾਰੇ, ਕਹਿੰਦੇ ਮੇਰਾ ਇਹੋ ਜਿਹਾ ਸਪੂਤ ਸਾਡੇ ਘਰ ਵਿੱਚ ਹੋਇਆ ਹੈ। ਬਿੰਸਤ ਏਕ ਜਾਸ ਕੁਲ ਤਾਰੇ, ਇਹਨੇ ਸਾਡੀਆਂ 21 ਕੁੱਲਾਂ ਤਾਰ ਦਿੱਤੀਆਂ ਨੇ। ਮਾਂ ਨੂੰ ਇਹ ਨਹੀਂ ਪਤਾ 21 ਨਹੀਂ ਮਾਤਾ ਜਿੰਨੀਆਂ ਕੁੱਲਾਂ ਸਨ ਬੇਦੀਆਂ ਦੀਆਂ ਸਭ ਤਰ ਗਈਆਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਸਤਿ ਸ੍ਰੀ ਅਕਾਲ। ਮਿਲੀ ਸੁਲੱਖਣੀ ਪੁਨ ਨਿਜ ਸਾਸੂ, ਮਾਤਾ ਸੁਲੱਖਣੀ ਜੀ ਆਪਣੀ ਸੱਸ ਮਾਤਾ ਤ੍ਰਿਪਤਾ ਜੀ ਨੂੰ ਮਿਲੇ। ਧਰਿਓ ਚਰਨ ਪਰ ਮਸਤਕ ਆਸੂ, ਜ਼ਮੀਨ ਤੇ ਸਿਰ ਧਰ ਕੇ ਨਾ ਮਾਤਾ ਸੁਲੱਖਣੀ ਨੇ ਆਪਣੀ ਸੱਸ ਮਾਤਾ ਦੇ ਚਰਨਾਂ ਤੇ
ਅਦਬ ਨਾਲ ਮੱਥਾ ਟੇਕਿਆ। ਆਸ਼ਿਕ ਦੀਨੀ ਲੀਨੀ ਅੰਕਾ, ਅਸੀਸ ਦੇ ਕੇ ਮਾਤਾ ਤ੍ਰਿਪਤਾ ਨੇ ਘੁੱਟ ਕੇ ਆਪਣੀ ਨੂੰਹ ਰਾਣੀ ਸੁਲੱਖਣੀ ਨੂੰ ਆਪਣੀ ਗਲ ਵਕੜੀ ਚ ਲਿਆ। ਹਰਖ ਬਿਲੋਕੇ ਉਹ ਬਦਨ ਮੇ ਅੰਕਾ, ਖੁਸ਼ੀ ਨਾਲ ਚਿਹਰੇ ਤੋਂ ਵਸਤਰ ਟਾਲ ਕੇ ਆਪਣੀ ਨੂੰਹ ਰਾਣੀ ਦਾ ਮੁਖ ਮੰਡਲ ਵੇਖਿਆ। ਬੇਦੀ ਕੁਲ ਕੀ ਮਿਲੀ ਬਧੂਟੀ, ਜਿੰਨੀਆਂ ਬੇਦੀਆਂ ਦੀਆਂ ਬਧੂਟੀਆਂ ਸਨ, ਬਹੂ ਰਾਣੀਆਂ ਸਨ, ਦੇਖ ਦੇਖ ਮੁਖ ਸੁਖ ਜਨ ਲੂਟੀ। ਉਹ ਜਦੋਂ ਆ ਕੇ ਸੁਲੱਖਣੀ ਦੇ ਮੁਖ ਨੂੰ ਵੇਖਦੀਆਂ, ਵੇਖ ਵੇਖ ਕੇ ਸੁਖ ਮਾਣਦੀਆਂ ਨੇ। ਨਿਕਟ ਸੋ ਤ੍ਰਿਪਤਾ ਦੇਤ ਵਧਾਈ, ਕੋਲ ਆ ਕੇ ਤ੍ਰਿਪਤਾ ਮਾਤਾ ਨੂੰ ਵਧਾਈ ਦਿੰਦੇ ਹਨ। ਲੇਤ ਹਰਖ ਯੁਤ ਅੰਗ ਨਮਾਈ, ਤੇ ਮਾਤਾ ਜੀ ਉਹ ਵਧਾਈਆਂ ਲੈਂਦੇ ਤੇ ਖੁਸ਼ੀ ਨਾਲ ਖੁਸ਼ੀ ਅੰਗਾਂ ਵਿੱਚ ਨਹੀਂ ਮੇਵਦੀ। ਸਹਿਤ ਸੁਨੂਕਾ ਸੁਤੇ ਸੁਹਾਈ, ਔਰ ਆਪਣੀ ਨੂੰਹ ਰਾਣੀ ਦੇ ਸਮੇਤ ਪੁੱਤਰ ਨੂੰ ਵੇਖਦੇ ਨੇ। ਵਾਰਤ ਮਾਤ ਲਵਨ ਪੁਨ ਰਾਈ, ਔਰ ਵਾਰੇ ਵਾਰੇ ਜਾਂਦੇ ਹਨ। ਤੋਰ ਤੋਰ ਤਿਨ ਡਾਰਤ ਪੀਠਾ, ਔਰ ਕਹਿੰਦੇ ਕਿਣਕੇ ਤੋੜ ਕੇ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ। ਮਾਂ ਕਹਿੰਦੀ ਹੈ ਮੇਰੇ ਪੁੱਤ ਅੱਜ ਬੜਾ ਸੋਹਣਾ ਲੱਗਦਾ, ਪਰ ਮਾਤਾ ਨੂੰ ਨਹੀਂ ਸੀ ਪਤਾ ਕਿ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਨੂੰ, ਜਿਨ੍ਹਾਂ ਨੂੰ ਨਜ਼ਰ ਲੱਗੀ ਵੀ ਹੋਵੇ, ਉਹਨਾਂ ਨੂੰ ਨਜ਼ਰ ਨਹੀਂ ਲੱਗਦੀ। ਉਹਨਾਂ ਦੀ ਬੁਰੀ ਨਜ਼ਰ ਦੂਰ ਹੋ ਜਾਂਦੀ ਜਦੋਂ ਸਾਹਿਬ ਦੇ ਦਰਸ਼ਨ ਕਰੀਏ। ਪਰ ਮਾਂ ਦੀ ਮਮਤਾ ਹੈ, ਉਸ ਮਮਤਾ ਵਸ ਹੋ ਕੇ ਕਹਿ ਰਹੇ ਨੇ, ਕਹੇ ਕਿ ਲਗੇ ਨ ਕਾਹੂ ਡੀਠਾ, ਕਹਿੰਦੇ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ ਦੀ, ਮੇਰਾ ਪੁੱਤ ਅੱਜ ਬੜਾ ਹੀ ਸੋਹਣਾ ਲੱਗਦਾ ਹੈ। ਨਿਕਸ ਸਦਨ ਦੁਖ ਕੰਦਨ ਬਹੋਰੀ, ਏਦਾਂ ਮਹਾਰਾਜ ਜੀ ਮਾਤਾ ਜੀ ਨੂੰ ਮਿਲੇ। ਮਾਤਾ ਸੁਲੱਖਣੀ ਜੀ ਅੰਦਰ ਟਿਕ ਗਏ। ਸਤਿਗੁਰੂ ਸੱਚੇ ਪਾਤਸ਼ਾਹ ਘਰ ਤੋਂ ਬਾਹਰ ਆਏ ਨੇ। ਬਾਹਰ ਆ ਕੇ ਆਪਣੇ ਸਾਰਿਆਂ ਮਿੱਤਰਾਂ ਨੂੰ ਮਿਲੇ ਹਨ। ਰਾਏ ਬੁਲਾਰ ਨੂੰ ਜਾ ਕੇ ਦਰਸ਼ਨ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਦੀ ਪਾਵਨ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਹੈ ਸੰਤ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਯੈ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਵਾਹ। ਗੁਰੂ ਵਾਹੇ ਵਾਹਿਗੁਰੂ। दंडौत बंधन अनकुबार, सर्व कला समरथ, डोलनते राखो प्रभु प्रभु। नानक दे कर हथ, सगल द्वारे को